एस प्लस प्रोग्राम में आप सबका स्वागत है। आज हम आपको मिलवाने जा रहे हैं डॉक्टर सचिन मित्तल जी के साथ, जो कि MD DM एंडोक्रिनोलॉजी बम्बई, पोस्ट डॉक्टरल बिल मार्शल फेलोशिप, यूनिवर्सिटी कॉलेज एंड ग्रेड ऑमंड स्ट्रीट हॉस्पिटल, लंदन, UK से हैं। डॉक्टर मित्तल डायबिटीज, थायराइड, PCOS, ओबेसिटी, कोलेस्ट्रॉल, ग्रोथ एंड हार्मोन डिसऑर्डर के स्पेशलिस्ट हैं। डॉक्टर सचिन मित्तल जी SCO 174-175 फर्स्ट फ्लोर सेक्टर 9C चंडीगढ़ में अपनी सेवाएं दे रहे हैं। ਕੋਡ ਕਲੀਨਿਕ ਜਿਹੜਾ ਤੁਸੀਂ ਹਾਰਟ ਆਫ ਦੀ ਚੰਡੀਗੜ੍ਹ ਖੋਲਿਆ ਹੈ 9 ਸੈਕਟਰ ਦੇ ਵਿੱਚ, ਕੋਡ ਦਾ ਮਤਲਬ ਕੀ ਹੈ ਔਰ ਕਿਵੇਂ ਤੁਸੀਂ ਬਾਹਰੋਂ ਚਕਾਚੌਂਧਾਰੀ ਜ਼ਿੰਦਗੀ ਛੱਡ ਕੇ ਇੰਡੀਆ ਦੇ ਵਿੱਚ ਸੋਚਿਆ ਕਿ ਮੈਂ ਇੰਡੀਆ ਦੇ ਲੋਕਾਂ ਨੂੰ ਜਿਹੜਾ ਕਿ ਸ਼ੂਗਰ ਦੀ ਕੈਪੀਟਲ ਬਣਨ ਜਾ ਰਿਹਾ ਉਹਨਾਂ ਲੋਕਾਂ ਦੀ ਆ ਕੇ ਸੇਵਾ ਕਰਾਂ, ਕੀ ਕਹਿਣਾ ਚਾਹੋ? ਕੋਡ ਕਲੀਨਿਕ ਦਾ ਮਤਲਬ ਇਹ ਹੈਗਾ ਜੀ, ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਉਂਦਾ ਵੀ ਐਂਡੋਕ੍ਰਿਨੋਲੋਜਿਸਟ ਕੀ ਕੰਮ ਕਰਦਾ ਹੈ, ਕੀ ਹੁੰਦਾ ਐਂਡੋਕ੍ਰਿਨੋਲੋਜਿਸਟ ਸ਼ੂਗਰ ਦੇ ਬਿਮਾਰੀਆਂ ਦੇ ਮਾਹਿਰ ਹੁੰਦੇ ਨੇ, ਬਟ ਸ਼ੂਗਰ ਦੇ ਨਾਲ ਹੋਰ ਬਹੁਤ ਸਾਰੀ ਪ੍ਰੋਬਲਮਸ ਜਿੱਦਾਂ ਕਿ ਕੋਲੇਸਟ੍ਰੋਲ, ਮੋਟਾਪਾ, ਸ਼ੂਗਰ, ਥਾਇਰੋਇਡ, PCOD ਤੇ ਹੋਰ ਪ੍ਰੋਬਲਮ ਜਿੱਦਾਂ ਕਿ ਹੱਡੀਆਂ ਕਮਜ਼ੋਰ ਹੋਣਾ, ਇਹਨਾਂ ਸਾਰਿਆਂ ਪ੍ਰੋਬਲਮਸ ਦੇ ਨਾਲ ਡੀਲ ਕਰਦੇ ਨੇ। ਇਸੇ ਕਰਕੇ ਕੋਡ ਬਣਾਇਆ ਗਿਆ ਹੈ। ਕੋਡ ਦਾ ਮਤਲਬ ਹੈਗਾ C ਫॉर ਕੋਲੇਸਟ੍ਰੋਲ, O ਫॉर ਓਬੈਸਿਟੀ, D ਫॉर ਡਾਇਬੀਟੀਜ਼, E ਫॉर ਐਂਡੋਕ੍ਰਿਨੋਲੋਜੀ ਜਿੱਦਾਂ ਕਿ PCOD ਦੀ ਪ੍ਰੋਬਲਮ ਆਮ ਤੌਰ ਤੇ ਪਾਈ ਜਾਂਦੀ ਹੈ। ਤੁਸੀਂ ਬਿਲਕੁਲ ਸਹੀ ਕਿਹਾ ਵੀ ਸ਼ੂਗਰ ਦੀ ਕੈਪੀਟਲ ਬਣਨ ਜਾ ਰਿਹਾ ਹੈ। ਮੈਂ ਤੁਹਾਨੂੰ ਇਹ ਤੇ ਚੀਜ਼ ਦੱਸਾਂਗਾ ਕਿ ਹਾਂ, ਹਿੰਦੁਸਤਾਨ ਡਾਇਬੀਟੀਜ਼ ਦੀ ਕੈਪੀਟਲ ਬਣਨ ਜਾ ਰਿਹਾ ਵਰਲਡ ਦੀ, ਪਰ ਚੰਡੀਗੜ੍ਹ ਤੇ ਜਿਹੜਾ ਆਪਣਾ ਵਾਲਾ ਇਲਾਕਾ ਹੈਗਾ ਇਹ ਇੰਡੀਆ ਦੀ ਡਾਇਬੀਟੀਜ਼ ਕੈਪੀਟਲ ਦੇ ਰੂਪ ਦੇ ਵਿੱਚ ਉੱਭਰ ਕੇ ਆ ਰਿਹਾ ਹੈ। ਇਹ ਸਟੱਡੀ ਹੋਈ ਹੈ ਜਿਹੜੀ ਦੱਸਦੀ ਹੈ ਵੀ ਚੰਡੀਗੜ੍ਹ ਦੇ ਵਿੱਚ ਸ਼ੂਗਰ ਤੇ ਮੋਟਾਪਾ ਤੇ ਕੋਲੇਸਟ੍ਰੋਲ ਇਹਦੀ ਮਾਤਰਾ ਸਭ ਤੋਂ ਵੱਧ ਹੈਗੀ ਹੈ। PCOD ਦੇ ਪ੍ਰੋਬਲਮਸ ਜਿਹੜੇ ਕਿ ਯੰਗ ਲੜਕੀਆਂ ਨੂੰ ਹੁੰਦੀ ਹੈ, ਇਹਦੀ ਪ੍ਰੋਬਲਮ ਦੀ ਵੀ ਸਭ ਤੋਂ ਵੱਧ ਹੈਗੀ ਹੈ ਇਸ ਏਰੀਆ ਦੇ ਵਿੱਚ। ਤੇ ਇਹਨਾਂ ਪ੍ਰੋਬਲਮਸ ਦਾ ਸਹੀ ਢੰਗ ਨਾਲ ਇਲਾਜ ਅੱਜ ਦੀ ਡੇਟ 'ਚ ਨਹੀਂ ਹੋ ਰਿਹਾ। ਇਹਨਾਂ ਪ੍ਰੋਬਲਮਸ ਦਾ ਸਹੀ ਢੰਗ ਨਾਲ ਜੇ ਆਪਾਂ ਇਲਾਜ ਕਰਦੇ ਹਾਂ ਤਾਂ ਬਹੁਤ ਸਾਰੀ ਫਿਊਚਰ ਦੇ ਵਿੱਚ ਆਉਣ ਵਾਲੀ ਪ੍ਰੋਬਲਮਸ ਤੋਂ ਆਪਾਂ ਬਚ ਸਕਦੇ ਹਾਂ, ਬਚਾ ਸਕਦੇ ਹਾਂ। ਜੈਸਾ ਜਿਵੇਂ 14 ਸਾਲਾਂ ਦੇ ਤੁਹਾਡੇ ਪੇਸ਼ੈਂਟ ਚੱਲਦੇ ਆ ਰਹੇ ਆ ਔਰ ਤੁਸੀਂ ਉਹਨਾਂ ਨੂੰ ਪ੍ਰੀਵੈਂਟਿਵ ਤੇ ਲੈ ਕੇ, ਔਰ ਅੱਜ ਕਈ ਐਸੇ ਪੇਸ਼ੈਂਟ ਨੇ ਜਿਨ੍ਹਾਂ ਦੀ ਸ਼ੂਗਰ ਦੀ ਜਿਹੜੀ ਮੈਡੀਸਨ ਆ ਉਹ ਵੀ ਬੰਦ ਹੋ ਚੁੱਕੀ ਆ, ਕੀ ਕਹਿਣਾ ਚਾਹੋਗੇ ਕਿ ਕਿਵੇਂ ਇਹ ਡਾਕਟਰ ਸਚਿਨ ਨੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਪਣਾ ਮਕਾਮ ਬਣਾਇਆ ਔਰ ਪੇਸ਼ੈਂਟ ਜਿਹੜੇ ਪੁਰਾਣੇ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਵੀ ਇੱਕ ਨਵੀਂ ਜ਼ਿੰਦਗੀ ਦੇ ਕੇ ਤੁਸੀਂ ਨਾਲ ਅਟੈਚ ਕਰ ਰਹੇ ਹੋ? ਇਹ ਹਿੰਦੀ 'ਚ ਨਹੀਂ ਹੋਣਾ ਚਾਹੀਦਾ ਸਾਰਾ? ਕੋਈ ਗੱਲ ਨਹੀਂ। ਸ਼ੂਗਰ ਦੇ ਵਿੱਚ ਜਿਹੜਾ ਇਲਾਜ ਆਪਾਂ ਕਰਦੇ ਹਾਂ ਉਹਦੇ ਵਿੱਚ ਆਪਾਂ ਸਿਰਫ ਸ਼ੂਗਰ ਦੀ ਦਵਾਈ ਦੇ ਉੱਪਰ ਫੋਕਸ ਨਹੀਂ ਰੱਖਣਾ। ਸ਼ੂਗਰ ਦੇ ਟ੍ਰੀਟਮੈਂਟ ਜਦੋਂ ਆਪਾਂ ਕਹਿੰਦੇ ਆ ਨਾ, ਉਹਦੇ 4 ਪਿਲਰਸ ਆਫ ਡਾਇਬੀਟੀਜ਼ ਮੈਨੇਜਮੈਂਟ ਹੈਗੇ ਨੇ। ਪਹਿਲਾ ਪਿਲਰ ਜਿਹੜਾ ਹੈਗਾ ਉਹ ਹੈਗਾ ਡਾਈਟ। ਡਾਈਟ ਦਾ ਮਤਲਬ ਇਹ ਨਹੀਂ ਹੈਗਾ ਵੀ ਸਾਰਾ ਕੁਝ ਛੱਡ ਦਿਓ, ਆ ਵੀ ਨਾ ਖਾਓ, ਆ ਵੀ ਨਾ ਖਾਓ, ਆ ਵੀ ਨਾ ਖਾਓ। ਡਾਈਟ ਦਾ ਮਤਲਬ ਹੁੰਦਾ ਸਹੀ ਢੰਗ ਨਾਲ ਨਿਊਟ੍ਰੀਸ਼ਨ। ਆਪਾਂ ਡਾਈਟ ਦੇ ਬਾਰੇ ਵੀ ਗੱਲ ਕਰਾਂਗੇ। ਦੂਜਾ ਪਿਲਰ ਹੈਗਾ ਰੈਗੂਲਰ ਚੈੱਕਅਪ। ਰੈਗੂਲਰ ਚੈੱਕਅਪ ਦਾ ਮਤਲਬ ਇਹ ਨਹੀਂ ਹੈਗਾ ਵੀ ਸਿਰਫ ਸ਼ੂਗਰ ਦੀ ਜਾਂਚ ਕਰਨੀ, ਸ਼ੂਗਰ ਦੇ ਰਿਲੇਟਡ ਬਾਕੀ ਸਾਰੇ ਅੰਗਾਂ ਦੇ ਉੱਪਰ ਜਿਹੜੇ ਅਸਰ ਪੈਂਦੇ ਨੇ, ਅੱਖਾਂ, ਹਾਰਟ, ਨਸਾਂ, ਬ੍ਰੇਨ, ਗੁਰਦੇ, ਸਭ ਤੇ ਅਸਰ ਪੈਂਦੇ ਨੇ। ਕਿਉਂਕਿ ਵਧੀ ਹੋਈ ਸ਼ੂਗਰ ਬਲੱਡ ਦੇ ਵਿੱਚ ਹੁੰਦੀ ਹੈ, ਬਲੱਡ ਦੇ ਰਾਹੀਂ ਸਰੀਰ ਦੇ ਸਾਰੇ ਸੈੱਲਾਂ ਦੇ ਵਿੱਚ ਜਾਂਦੀ ਹੈ। ਕਿਤੇ ਵੀ ਕੱਟ ਮਾਰ ਕੇ ਦੇਖੋ ਬਲੱਡ ਤਾਂ ਨਿਕਲਣਾ ਹੀ ਹੈ। ਤਾਂ ਚੀਨੀ ਸਣਿਆ ਬਲੱਡ ਜਿੱਥੇ ਜਿੱਥੇ ਜਾਏਗਾ ਉੱਥੇ ਉੱਥੇ ਨੁਕਸਾਨ ਕਰਦਾ ਹੈ, ਠੀਕ ਹੈ ਨਾ। ਤੀਜੇ ਨੰਬਰ ਤੇ ਐਕਸਰਸਾਈਜ਼, ਫਿਜ਼ੀਕਲ ਐਕਟੀਵਿਟੀ। ਚੌਥੇ ਨੰਬਰ ਤੇ ਦਵਾਈ ਆਉਂਦੀ ਹੈ। ਦਵਾਈਆਂ ਵੀ ਅੱਜ ਕੱਲ੍ਹ ਇੱਦਾਂ ਦੀਆਂ ਆ ਚੁੱਕੀਆਂ ਨੇ ਜਿਹੜੀਆਂ ਨਾ ਸਿਰਫ ਸ਼ੂਗਰ ਨੂੰ ਕੰਟਰੋਲ ਕਰਦੀਆਂ, ਬਲਕਿ ਸ਼ੂਗਰ ਦੇ ਨਾਲ ਨਾਲ ਕੱਲ੍ਹ ਨੂੰ ਕੋਈ ਅਟੈਕ ਆਉਣਾ, ਪਾਸਾ ਖੜਨਾ, ਪੈਰਾਲਾਈਜ਼ ਹੋਣਾ, ਹਾਰਟ ਫੇਲ ਹੋਣਾ, ਕਿਡਨੀ ਫੇਲ ਹੋਣਾ, ਉਹ ਤੋਂ ਬਚਤ ਕਰਦੀਆਂ ਨੇ। ਨਾ ਸਿਰਫ ਇਹ, ਕਈ ਮੈਡੀਕੇਸ਼ਨਸ ਇਸ ਤਰ੍ਹਾਂ ਦੀ ਵੀ ਹੈਗੀਆਂ ਨੇ ਜਿਹੜੀਆਂ ਕਿ ਡਾਇਬੀਟੀਜ਼ ਨੂੰ ਰਿਵਰਸਲ ਦੇ ਵਿੱਚ ਵੀ ਸਾਡੀਆਂ ਹੈਲਪ ਕਰਦੀਆਂ ਨੇ। ਤੇ ਤੁਸੀਂ ਡਾਈਟ ਦੇ ਬਾਰੇ ਜਿਵੇਂ ਪੁੱਛ ਰਹੇ ਸੀ ਪਹਿਲਾਂ, ਡਾਈਟ ਦੇ ਵਿੱਚ ਪਹਿਲੀ ਚੀਜ਼ ਯਾਦ ਰੱਖਣੀ ਹੈ ਕਿ ਆਪਾਂ ਥੋੜੀ ਦੇਰ ਨੂੰ ਕੁਝ ਖਾਣਾ ਹੈਗਾ, ਇਹ ਜ਼ਿਆਦਾ ਠੀਕ ਰਹਿੰਦਾ ਹੈਗਾ, ਠੀਕ ਹੈ। 5 ਮੰਮਿਆਂ ਤੋਂ ਦੂਰ ਰਹਿਣਾ ਹੈ। ਕਿਹੜੇ 5 ਮੰਮੇ? ਪਹਿਲਾ ਮੰਮਾ ਮੈਦਾ। ਕੋਈ ਵੀ ਚੀਜ਼ ਜਿਹਦੇ 'ਚ ਮੈਦਾ ਹੈਗਾ, ਜਿੱਦਾਂ ਰਸ ਹੋ ਗਏ, ਬਿਸਕੁਟ ਹੋ ਗਏ, ਭੁਜੀਆ ਹੋ ਗਿਆ, ਮਟਰ ਮੱਠੀਆਂ, ਪੈਟੀ, ਪਕੌੜੇ, ਸਮੋਸੇ, ਬੇਕਰੀ ਦੇ ਪਦਾਰਥ, ਇਹ ਸਭ ਹਲਵਾਈ ਦੇ ਪਦਾਰਥ, ਇਹ ਸਭ ਮੈਦੇ ਵਾਲੇ ਪਦਾਰਥ ਹੈ, ਇਹ ਬਿਲਕੁਲ ਬੰਦ। ਦੂਜਾ ਮੰਮਾ ਜਿਹੜਾ ਹੈਗਾ ਉਹ ਹੈਗਾ ਮਿੱਠਾ। ਮਿੱਠੇ ਦੇ ਵਿੱਚ ਕੀ ਹੁੰਦਾ ਹੈ? ਗੁੜ, ਸ਼ੱਕਰ, ਸ਼ਹਿਦ, ਚੀਨੀ। ਕਿਸੇ ਪ੍ਰਕਾਰ ਦਾ ਮਿੱਠਾ ਨਹੀਂ ਲੈਣਾ ਆਪਾਂ, ਠੀਕ ਹੈ। ਤੀਜਾ ਮੰਮਾ ਜਿਹੜਾ ਹੁੰਦਾ ਉਹ ਹੈਗਾ ਮੱਖਣ। ਚੌਥਾ ਮੰਮਾ ਮਲਾਈ। ਮੱਖਣ ਮਲਾਈ ਦਾ ਕੀ ਮਤਲਬ ਹੈ? ਮੱਖਣ ਮਲਾਈ ਕਿਉਂ ਮਨਾ ਕਰਦੇ ਹਾਂ ਆਪਾਂ? ਕਿਉਂਕਿ ਡਾਇਬੀਟੀਜ਼ ਦੇ ਵਿੱਚ ਹਾਰਟ ਦੇ ਵਿੱਚ ਬਲੋਕੇਡ ਆਉਣਾ, ਸਟੈਂਟ ਪੈਣਾ, ਬਾਈਪਾਸ ਹੋਣਾ, ਇਹਨਾਂ ਦੇ ਚਾਂਸ ਵੱਧ ਹੁੰਦੇ ਨੇ। ਜੇ ਆਪਾਂ ਚਿਕਨਾਈ ਵਾਲੇ ਪਦਾਰਥ ਵੱਧ ਖਾਵਾਂਗੇ ਤਾਂ ਪ੍ਰੋਬਲਮ ਜ਼ਿਆਦਾ ਹੋਏਗੀ। ਤੇ ਪੰਜਵਾਂ ਮੰਮਾ ਮਟਨ।
ਜੇ ਆਪਾਂ ਨਾਨ ਵੈਜ ਖਾਣਾ ਚਾਹੁੰਦੇ ਆ ਤਾਂ ਚਿਕਨ ਫਿਸ਼ ਖਾ ਸਕਦੇ ਆ, ਮਟਨ ਨਹੀਂ ਖਾਣਾ। ਜੇ ਆਪਾਂ ਇਹ 5 ਮੰਮਿਆਂ ਦਾ ਖਿਆਲ ਰੱਖੀਏ ਤਾਂ ਤੁਹਾਨੂੰ 6ਵੇਂ ਮੰਮੇ ਡਾਕਟਰ ਮਿੱਤਲ ਦੀ ਲੋੜ ਨਹੀਂ ਹੈਗੀ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਸ਼ੂਗਰ ਜਿਹੜੀ, ਜਿੱਦਾਂ ਤੁਸੀਂ ਕਿਹਾ ਕਿ ਸ਼ੂਗਰ ਦਾ ਤੇ ਹਾਰਟ ਦਾ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਦਾ ਘਿਓ ਖਿਚੜੀ ਦਾ ਰਿਸ਼ਤਾ, ਕਿਉਂ ਇਹ ਘਿਓ ਖਿਚੜੀ ਦਾ ਰਿਸ਼ਤਾ ਬਣਿਆ ਜਾਂਦਾ? ਕਿਉਂ ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਆ, ਜਿਵੇਂ ਉਹਨਾਂ ਨੂੰ ਲੱਗਦਾ ਸਾਡੀ ਸਾਮੀ ਆ ਕਿ ਅਸੀਂ ਜਿਹਨੂੰ ਸ਼ੂਗਰ ਹੋ ਗਈ ਤੇ ਬਲੱਡ ਵਾਲਾ ਕਹਿੰਦਾ ਵੀ ਬਲੱਡ ਦਾ ਕਹਿੰਦਾ ਵੀ ਮੈਂ ਤਾਂ ਇਹਦੇ ਅਟੈਕ ਕਰ ਹੀ ਦਊਂਗਾ, ਕੀ ਇਹ ਕਾਰਨ ਹੈਗਾ ਕਿ ਉਹ ਪੇਸ਼ੈਂਟ ਨੂੰ ਜਲਦੀ ਮਤਲਬ ਜਿਹੜਾ ਹੈਗਾ, ਜਾਂ ਜਿਵੇਂ ਕਰੋਨਾ ਦਾ ਐਪੀਡੈਮਿਕ ਆਇਆ ਉਹਦੇ ਵਿੱਚ ਵੀ ਸ਼ੂਗਰ ਵਾਲੇ ਪੇਸ਼ੈਂਟ ਨੂੰ ਉਹਨਾਂ ਨੇ ਜ਼ਿਆਦਾ ਆਪਣੇ ਵਿਕਟਮ ਬਣਾਇਆ ਵਾਇਰਸਿਸ ਨੇ, ਕੀ ਕਹਿਣਾ ਚਾਹੋਗੇ? ਤੁਸੀਂ ਬਿਲਕੁਲ ਸਹੀ ਕਿਹਾ ਕਿ ਸ਼ੂਗਰ ਵਾਲੇ ਬੰਦਿਆਂ ਦੇ ਵਿੱਚ ਬਾਕੀ ਪ੍ਰੋਬਲਮਸ ਦੇ ਰਿਸਕ ਵੀ ਜ਼ਿਆਦਾ ਹੁੰਦੇ ਨੇ। ਸ਼ੂਗਰ ਵਾਲੇ ਬੰਦਿਆਂ ਦੇ ਵਿੱਚ ਕਰੋਨਾ ਮਹਾਮਾਰੀ ਵੇਲੇ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਸ਼ੂਗਰ ਸੀ ਉਹਨਾਂ ਨੂੰ ਬਾਕੀ ਲੋਕਾਂ ਦੇ ਮੁਕਾਬਲੇ ਹਸਪਤਾਲ ਜ਼ਿਆਦਾ ਜਾਣਾ ਪਿਆ। ਨਾ ਸਿਰਫ ਹਸਪਤਾਲ ਜ਼ਿਆਦਾ ਜਾਣਾ ਪਿਆ ਬਲਕਿ ਹਸਪਤਾਲ ਦੇ ਵਿੱਚ ਉਹਨਾਂ ਨੂੰ ICU ਤੱਕ ਵੀ ਜਾਣ ਦੀ ਜ਼ਿਆਦਾ ਲੋੜ ਪਈ ਤੇ ਕਈ ਲੋਕਾਂ ਨੂੰ ਆਪਣੀ ਜਾਨ ਵੀ ਖੋਣੀ ਪਈ। ਪਰ ਇੱਥੇ ਮੈਂ ਦੱਸਾਂਗਾ ਕਿ ਸ਼ੂਗਰ ਹਰ ਬੰਦੇ ਦੇ ਵਿੱਚ ਹੈ। ਜੇ ਉਹਨੂੰ ਵਧੀ ਹੋਈ ਸ਼ੂਗਰ ਦੀ ਬਿਮਾਰੀ ਨਹੀਂ ਵੀ ਹੈਗੀ ਫਿਰ ਵੀ ਉਹਨੂੰ ਸ਼ੂਗਰ ਤਾਂ ਹੈਗੀ ਹੈ ਨਾ, ਆਪਣੇ ਬਾਡੀ 'ਚ ਕੁਝ ਨਾਰਮਲ ਲੈਵਲ ਤਾਂ ਚੱਲ ਹੀ ਰਿਹਾ ਹੈ ਨਾ। ਜਿਹੜੇ ਬੰਦਿਆਂ ਨੇ ਸ਼ੂਗਰ ਆਪਣੀ ਵਧੀਆ ਕੰਟਰੋਲ ਕੀਤੀ ਸੀ, ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਸੀ, ਮੇਰੇ ਕਈ ਪੇਸ਼ੈਂਟ ਇੱਦਾਂ ਦੇ ਨੇ ਜਿਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ, ਬੜੀ ਵੱਡੀ ਸਰਜਰੀਜ਼ ਹੋਈਆਂ ਸੀ, ਉਹਦੇ ਬਾਵਜੂਦ 10-10 ਸਾਲ ਪੁਰਾਣੀ ਸ਼ੂਗਰ ਵਾਲੇ ਬੰਦਿਆਂ ਨੂੰ ਕਰੋਨਾ ਹੋਣ ਤੋਂ ਬਾਅਦ ਬਿਲਕੁਲ ਇੱਦਾਂ ਫੁੱਲ ਵਾਂਗੂ ਨਿਕਲਿਆ ਵਧੀਆ ਤਰੀਕੇ ਨਾਲ। ਇਸੇ ਤਰੀਕੇ ਨਾਲ ਤੁਸੀਂ ਧਿਆਨ ਦੇਣਾ ਹੈਗਾ ਵੀ ਸ਼ੂਗਰ ਕੰਟਰੋਲ ਮੈਟਰ ਕਰਦਾ ਹੈ। ਜੇ ਆਪਾਂ ਸ਼ੂਗਰ ਸਹੀ ਢੰਗ ਨਾਲ ਕੰਟਰੋਲ ਕਰਦੇ ਹਾਂ ਤਾਂ ਨਾਰਮਲ ਬੰਦੇ ਦੀ ਤਰ੍ਹਾਂ ਨਾਰਮਲ ਲੈਵਲ ਦੇ ਵਿੱਚ ਆ ਜਾਂਦੇ ਹਾਂ। ਆਪਾਂ ਜੇ ਦਵਾਈ ਦੀ ਲੋੜ ਪੈਂਦੀ ਹੈ ਤਾਂ ਤਦ ਯੂਜ਼ ਕਰਨੀ ਹੈ ਜਿਹੜੀ ਆਪਾਂ ਨੂੰ ਲੱਗਦਾ ਵੀ ਸੇਫ ਹੋਵੇ, ਇਫੈਕਟਿਵ ਹੋਵੇ। ਰਿਸਕ ਬੈਨੀਫਿਟ ਰੇਸ਼ੋ ਦੇਖਣਾ ਹੈਗਾ ਹਰ ਚੀਜ਼ ਦਾ। ਜੇ ਆਪਾਂ ਨੂੰ ਲੱਗਦਾ ਵੀ ਇਹ ਆਪਾਂ ਨੂੰ ਫਾਇਦਾ ਵੱਧ ਕਰੂਗੀ ਤੇ ਨੁਕਸਾਨ ਘੱਟ ਕਰੂਗੀ ਫਿਰ ਹੀ ਅਸੀਂ ਦਵਾਈਆਂ ਯੂਜ਼ ਕਰਦੇ ਹਾਂ। ਤੇ ਉਹ ਵੀ ਕੋਸ਼ਿਸ਼ ਹੁੰਦੀ ਹੈ ਇੱਦਾਂ ਦੀ ਯੂਜ਼ ਕਰੀਏ ਜਿਹਦੇ ਨਾਲ ਕੱਲ੍ਹ ਨੂੰ ਕੋਈ ਅਟੈਕ ਆਣਾ, ਪਾਸਾ ਖੜਨਾ ਦਵਾਈਆਂ ਕਰਕੇ ਵੀ ਘਟਦਾ ਜਿਨ੍ਹਾਂ ਦੇ ਨਾਲ ਰਿਸਕ। ਤਾਂ ਸਭ ਆਮ ਤੌਰ ਤੇ ਦੇਖਿਆ ਜਾਂਦਾ ਕਿ ਸਾਡਾ ਪੰਜਾਬ ਜਿਹੜਾ ਜਿਹਦੇ ਵਿੱਚ ਖੰਡ ਜਦੋਂ ਬੰਦਾ ਨਹੀਂ ਖਾਂਦਾ ਤਾਂ ਉਹ ਵਿਚਾਰੇ ਵਾਲੀ ਚੀਜ਼ ਮੰਨੀ ਜਾਂਦੀ ਹੈ। ਜਿੱਦਾਂ ਤੁਸੀਂ ਜਿਹੜੀਆਂ ਚੀਜ਼ਾਂ ਕਹੀਆਂ ਮੰਮੇ ਵਾਲੀਆਂ ਵੀ ਉਹਨੂੰ ਮੱਠੀਆਂ ਦੇ ਦਿਓ ਭਾਈ, ਭੁਜੀਆ ਦੇ ਦਿਓ ਭਾਈ, ਉਹ ਤਾਂ ਵਿਚਾਰੇ ਨੇ ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਔਰ ਉਹ ਵੀ ਬੰਦਾ ਬੜੀ ਰੱਜ ਕੇ ਖਾਂਦਾ ਉਹ ਚੀਜ਼ਾਂ ਵੀ, ਚੱਲ ਮੈਂ ਖੰਡ ਤਾਂ ਖਾਣੀ ਨਹੀਂ, ਚਲ ਆਹ ਤਾਂ ਖਾ ਲਾ। ਔਰ ਉਹ ਖਾਣ ਦੇ ਨਾਲ ਫਿਰ ਜਿਹੜੇ ਹੈਗੇ ਲੈਵਲ ਜਿਹੜੇ ਹੈਗੇ ਆ, ਜਿੱਦਾਂ ਤੁਸੀਂ ਮੰਮੇ ਵਾਲੀ ਗੱਲ ਕਹੀ ਆ, ਬਹੁਤ ਮੰਮੇ ਜਿਹੜੇ ਲੈਵਲ ਵਧਾ ਦਿੰਦੇ ਆ, ਕੀ ਕਹਿਣਾ ਚਾਹੋਗੇ? ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਪੰਜਾਬ ਦੇ ਵਿੱਚ ਇਹ ਖਾਣ ਪੀਣ ਦਾ ਰਿਵਾਜ ਜਿਹੜਾ ਹੈਗਾ ਆਪਣੇ ਉਰੇ ਜ਼ਿਆਦਾ ਹੀ ਹੈਗਾ। ਮੇਰੀ ਸਾਰੀ ਟ੍ਰੇਨਿੰਗ ਬੰਬੇ ਦੀ ਹੋਈ ਹੈ, ਬੰਬੇ ਤੋਂ ਬਾਅਦ ਲੰਡਨ ਦੇ ਵਿੱਚ ਹੋਈ ਹੈ ਤੇ ਮੈਂ ਦੇਖਿਆ ਕਿ ਜੋ ਉੱਥੇ ਖਾਣ ਪੀਣ ਦਾ ਢੰਗ ਹੈ ਉਹਦੇ ਮੁਕਾਬਲੇ ਉਰੇ ਖਾਣ ਪੀਣ ਦਾ ਢੰਗ ਦਾ ਕਾਫੀ ਫਰਕ ਹੈ। ਤੇ ਸ਼ਾਇਦ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਜਿਹਦੇ ਕਰਕੇ ਪੰਜਾਬ ਹਾਲਾਂਕਿ ਇੰਨਾ ਛੋਟਾ ਸਟੇਟ ਹੈ ਉਹਦੇ ਬਾਵਜੂਦ ਉਰੇ ਇੰਨੇ ਜ਼ਿਆਦਾ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹੋਣਾ, ਸਟੈਂਟ ਪੈਣਾ, ਬਾਈਪਾਸ ਹੋਣਾ, ਪਾਸੇ ਕੱਢਣੇ, ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਠੀਕ ਹੈ ਨਾ। ਤਾਂ ਆਪਾਂ ਇਹਨਾਂ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਬਚਣਾ ਹੈਗਾ। ਬਿਮਾਰੀ ਦੀ ਰੋਕਥਾਮ ਜ਼ਿਆਦਾ ਜ਼ਰੂਰੀ ਹੈ ਬਿਮਾਰੀ ਦੇ ਟ੍ਰੀਟਮੈਂਟ ਨਾਲੋਂ। ਅਸੀਂ ਚਾਹੁੰਦੇ ਹਾਂ ਪ੍ਰੀਵੈਂਸ਼ਨ ਕਰਨੀ। ਕਿਉਂਕਿ ਸ਼ੂਗਰ ਜਿਹੜੀ ਹੁੰਦੀ ਹੈ, ਸ਼ੂਗਰ BP ਦੋਨੋਂ ਮਿਲ ਕੇ 1/11 ਤੋਂ ਵੀ ਜ਼ਿਆਦਾ ਨੁਕਸਾਨ ਕਰਦੇ ਨੇ। ਠੀਕ ਹੈ। ਇਹ ਦੋਨੋਂ ਚੀਜ਼ਾਂ ਘੁਣ ਦੇ ਸਮਾਨ ਹੈ। ਮੰਨ ਲਓ ਆਹ ਟੇਬਲ ਆਪਾਂ ਦੇਖ ਰਹੇ ਹਾਂ, ਆਹ ਟੇਬਲ ਨੂੰ ਘੁਣ ਲੱਗੀ ਹੋਈ ਹੈ, ਉੱਪਰੋਂ ਚਮਕਦਾ। ਆਪਾਂ ਕਹਿੰਦੇ ਚੰਗਾ ਭਲਾ ਵਧੀਆ ਉੱਪਰੋਂ ਚਮਕਦਾ, ਪਰ ਜਿੱਦਣ ਘੁਣ ਬਾਹਰ ਆ ਗਈ ਉਦਣ ਟੇਬਲ ਖਾਲੀ ਹੈ। ਆਪਾਂ ਜਿੰਨੀ ਮਰਜ਼ੀ ਦਵਾਈ ਪਾ ਦਈਏ ਇਹਨੂੰ ਨਵੀਂ ਨਹੀਂ ਬਣਾ ਸਕਦੇ। ਇਸੇ ਤਰੀਕੇ ਨਾਲ ਸ਼ੂਗਰ, BP ਆਪਣੇ ਸਰੀਰ ਨੂੰ, ਕੋਲੇਸਟ੍ਰੋਲ, ਸਮੋਕਿੰਗ ਇੱਦਾਂ ਦੀ ਤਰੀਕੇ ਨਾਲ ਨੁਕਸਾਨ ਕਰਦੇ ਨੇ। ਸਮੋਕਿੰਗ ਕਰਨ ਵਾਲੇ ਬੰਦੇ ਵੀ ਦੇਖੇ ਨੇ ਤੁਸੀਂ, ਫੂਕਦੇ ਰਹਿੰਦੇ ਨੇ। ਐਂ ਤਾਂ ਨਹੀਂ ਹੁੰਦਾ ਵੀ ਅੱਜ ਜਦੋਂ ਫੂਕਿਆ ਨਾਲ ਦੀ ਨਾਲ ਪਤਾ ਲੱਗ ਗਿਆ ਵੀ ਆਹ ਫੇਫੜੇ ਦਾ ਪੋਰਸ਼ਨ ਚੱਲ ਗਿਆ ਜਾਂ ਉਰੇ ਅਟੈਕ ਆ ਗਿਆ, ਐਂ ਤਾਂ ਹੁੰਦਾ ਨਹੀਂ ਨਾ। ਪਰ ਇਹ ਵੀ ਨਹੀਂ ਹੁੰਦਾ ਵੀ 5 ਸਾਲ ਬਾਅਦ ਜਦੋਂ ਛੱਡ ਦੇਣਗੇ ਤਾਂ ਲੇਖਾ ਜੋਖਾ ਸਾਰਾ ਜ਼ੀਰੋ ਹੋ ਗਿਆ। ਜਿਹੜਾ ਨੁਕਸਾਨ ਹੁੰਦਾ ਉਹ ਤਾਂ ਰਹਿੰਦਾ ਹੀ ਹੈ। ਇਸੇ ਤਰੀਕੇ ਨਾਲ ਵਧੀ ਹੋਈ ਸ਼ੂਗਰ ਦਾ ਅੱਜ ਦੀ ਡੇਟ ਚਾਹੇ ਆਪਾਂ ਨੂੰ ਲੱਛਣ ਆਵੇ ਚਾਹੇ ਨਾ ਆਵੇ, ਜਿਹੜਾ ਨੁਕਸਾਨ ਆਪਣੇ ਸਰੀਰ ਦੇ ਵਿੱਚ ਹੁੰਦਾ ਉਹ ਪੱਕੇ ਦੀ ਤਰ੍ਹਾਂ ਹੁੰਦਾ। ਉਹਨੂੰ ਆਪਾਂ ਨੂੰ ਇਹ ਨਹੀਂ ਸੋਚਣਾ ਵੀ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਤਾਂ ਮੈਂ ਨਹੀਂ ਧਿਆਨ ਦਿੱਤਾ, ਤਾਂ ਕੋਈ ਗੱਲ ਨਹੀਂ ਹੈਗੀ, ਮੈਂ ਚੰਗਾ ਭਲਾ। ਠੀਕ ਹੈ। ਆਪਾਂ ਕਈ ਚੀਜ਼ਾਂ ਨੂੰ ਜਿਹਨੂੰ ਅਸੀਂ ਕਹਿੰਦੇ ਪ੍ਰੋਐਕਟਿਵਲੀ ਟਰੀਟ ਕਰਨਾ, ਰਿਐਕਟਿਵਲੀ ਟਰੀਟ ਨਹੀਂ ਕਰਨਾ। ਪ੍ਰੋਐਕਟਿਵਲੀ ਦਾ ਮਤਲਬ ਕੀ ਹੈ, ਕਿਸੇ ਵੀ ਟਾਈਮ ਤੇ ਆਪਾਂ ਆਪਣੇ ਸ਼ੂਗਰ ਦਾ 3 ਮਹੀਨੇ ਦਾ ਲੈਵਲ HbA1c ਜਿਹਨੂੰ ਆਪਾਂ ਕਹਿੰਦੇ ਆ 7% ਤੋਂ ਉੱਪਰ ਨਹੀਂ ਜਾਣ ਦੇਣਾ। ਵੈਸੇ ਕੋਸ਼ਿਸ਼ ਕਰੋ 6.5 ਤੋਂ ਥੱਲੇ ਰੱਖੇ। ਕਦੇ ਤੁਸੀਂ ਕਿਸੇ ਡਾਕਟਰ ਨੂੰ ਮਿਲ ਸਕੋ ਨਾ ਮਿਲ ਸਕੋ, ਆਏ 3 ਮਹੀਨੇ ਬਾਅਦ ਇੱਕ ਵਧੀਆ ਲੈਬੋਰੇਟਰੀ ਤੋਂ ਟੈਸਟ ਜ਼ਰੂਰ ਕਰੋ ਜਿਹੜਾ ਕਿ ਤੁਹਾਨੂੰ ਖਾਲੀ ਪੇਟ ਦੀ ਵੀ ਜ਼ਰੂਰਤ ਨਹੀਂ ਹੁੰਦੀ ਇਹਦੇ ਵਾਸਤੇ। ਹਾਲਾਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਐਡਵਾਂਸਡ ਤਰੀਕੇ ਵੀ ਆ ਚੁੱਕੇ ਨੇ ਸਾਡੇ ਕੋਲ ਸ਼ੂਗਰ ਟੈਸਟ ਕਰਨ ਦੇ। ਜਿਵੇਂ ਮੈਂ ਤੁਹਾਨੂੰ ਦੱਸਦਾ, ਇਸ ਵੇਲੇ ਇੱਕ ਸੈਂਸਰ ਲਾਇਆ ਹੋਇਆ ਹੈਗਾ ਆਪਣੀ ਬਾਂਹ ਦੇ ਉੱਪਰ। ਇਹ ਜਿਹੜਾ ਸੈਂਸਰ ਹੈਗਾ ਮੇਰੀ ਸ਼ੂਗਰ ਦੀ ਵੈਲਿਊ ਇੱਦਾਂ ਚੈੱਕ ਕਰਕੇ ਦੱਸ ਰਿਹਾ। ਠੀਕ ਹੈ ਨਾ।
ਇਹ ਜਿਹੜਾ ਵੈਲਿਊ ਹੈਗੀ ਇਸ ਵੇਲੇ 91 ਆਈ ਹੈ, ਮੈਨੂੰ ਕੋਈ ਪ੍ਰਿਕ ਨਹੀਂ ਕਰਨਾ ਪਿਆ, ਕੁਝ ਨਹੀਂ ਕਰਨਾ ਪਿਆ, ਠੀਕ ਹੈ ਨਾ। ਇਹ ਸੈਂਸਰ ਜਿਹੜਾ ਹੁੰਦਾ ਹੈ ਇਹ 14 ਦਿਨ ਵਾਸਤੇ ਐਪਲੀਕੇਬਲ ਹੁੰਦਾ ਹੈ। ਇਹਦੇ ਨਾਲ ਤੁਸੀਂ ਨਹਾ ਧੋ ਵੀ ਸਕਦੇ ਹੋ, ਸਭ ਕੁਝ ਕਰ ਸਕਦੇ ਹੋ। ਤਾਂ ਸਾਡੇ ਬਹੁਤ ਸਾਰੇ ਪੇਸ਼ੈਂਟ ਜਿਨ੍ਹਾਂ ਨੂੰ ਅਸੀਂ ਇਹ ਲੇਟੈਸਟ ਚੀਜ਼ਾਂ ਜਿਹੜੀਆਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਸੀਗੀਆਂ, ਉਹ ਅਸੀਂ ਲੇਟੈਸਟ ਚੀਜ਼ਾਂ ਅਸੀਂ ਪੇਸ਼ੈਂਟਸ ਤੇ ਯੂਜ਼ ਕਰ ਰਹੇ ਹਾਂ। ਸੋ ਇਹ ਸਰ ਇਹ ਜਿਹੜਾ ਸੈਂਸਰ ਆ ਇਹ ਮਤਲਬ ਇੱਕ ਵਾਰ ਲਾ ਕੇ ਮਤਲਬ ਜਿਹੜਾ ਹੈਗਾ ਬਾਅਦ ਦੇ ਵਿੱਚ 14 ਦਿਨਾਂ ਬਾਅਦ ਫਿਰ ਉਹਨੂੰ ਨਵਾਂ ਲਾਉਣਾ ਪੈਂਦਾ, ਮਤਲਬ ਉਦੋਂ ਬਾਅਦ ਇਹਦੀ ਵੈਲਿਊ ਖਤਮ ਹੋ ਜਾਂਦੀ ਮਤਲਬ। ਜਿਹੜਾ ਸੈਂਸਰ ਦੀ ਨੂੰ ਚੈੱਕ ਕਰਨ ਦੀ ਮਸ਼ੀਨ ਹੈਗੀ ਹੈ ਇਹ ਪਰਮਾਨੈਂਟ ਰਹਿੰਦੀ ਹੈ, ਲਾਈਫ ਲੌਂਗ ਰਹਿੰਦੀ ਹੈ, ਠੀਕ ਹੈ। ਜਿਹੜੀ ਇਹਨੂੰ ਸੈਂਸਰ ਹੈਗਾ ਇਹ ਆਪਣਾ 14 ਦਿਨ ਚੱਲਦਾ ਹੈ। ਇਹ ਤੋਂ ਸਿਵਾਏ 3 ਜਾਂ 4 ਦਿਨ ਵਾਸਤੇ ਵੀ ਚੱਲਣ ਵਾਲਾ ਸੈਂਸਰ ਹੈਗਾ। ਜ਼ਰੂਰੀ ਨਹੀਂ ਹੈਗਾ ਕਿ ਆਪਾਂ ਸਾਰਾ ਟਾਈਮ ਲਾ ਕੇ ਰੱਖੀਏ। ਆਮ ਤੌਰ ਤੇ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਇੱਕ ਵਾਰੀ ਲਾ ਕੇ ਚੰਗੇ ਤਰੀਕੇ ਨਾਲ ਪੇਸ਼ੈਂਟ ਨੂੰ ਡਾਈਟ ਵਗੈਰਾ ਦਾ ਪੂਰਾ ਇਨਫੋਰਮੇਸ਼ਨ ਹੋ ਜਾਂਦੀ ਹੈ, ਪੂਰੀ ਚੰਗੇ ਤਰੀਕੇ ਨਾਲ ਟ੍ਰੇਨਿੰਗ ਹੋ ਜਾਂਦੀ ਹੈ, ਇੱਕ ਮਿਨੀ ਡਾਕਟਰ ਦੀ ਤਰ੍ਹਾਂ ਬੰਦਾ ਬਣ ਜਾਂਦਾ ਹੈ। ਉਸ ਤੋਂ ਬਾਅਦ ਬੰਦੇ ਨੂੰ ਕਈ ਮਹੀਨੇ ਸਾਲ ਤੱਕ ਲੋੜ ਨਹੀਂ ਰਹਿੰਦੀ। ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੇਸ਼ੈਂਟ ਆਪਣੇ ਆਪ ਹੀ ਵਧੀਆ ਤਰੀਕੇ ਨਾਲ ਉਹਨੂੰ ਮੈਨੇਜ ਕਰ ਲੇ। ਅੱਛਾ, ਕੋਡ ਦੇ ਵਿੱਚ ਤੁਸੀਂ ਕੀ ਲੈ ਕੇ ਆਏ ਹੋ? ਜਿਸ ਤਰੀਕੇ ਦੇ ਨਾਲ ਤੁਸੀਂ ਕੈਨੇਡਾ ਅਮਰੀਕਾ ਵਾਲਾ ਜਿਹੜਾ ਹੈਗਾ ਬਾਹਰਲੇ ਮੁਲਕਾਂ ਵਾਲਾ ਜਿਹੜਾ ਮਾਈਂਡ ਲੈ ਕੇ ਆਏ ਹੋ ਕੋਡ ਦਾ, ਔਰ ਜਿੱਦਾਂ ਤੁਸੀਂ ਉਧਰ ਪੇਸ਼ੈਂਟਸ ਨੂੰ ਕਰਦੇ ਸੀਗੇ, ਉਧਰ ਪੇਸ਼ੈਂਟਸ ਨੂੰ ਡਾਈਟ ਚਾਰਟਸ ਦਿੰਦੇ ਸੀ, ਉਧਰ ਪੇਸ਼ੈਂਟ ਨੂੰ ਐਕਸਰਸਾਈਜ਼ ਤੇ ਲੈ ਕੇ ਜਾਂਦੇ ਸੀਗੇ, ਕੀ ਕੋਡ 'ਚ ਲੈ ਕੇ ਆਏ ਹੋ ਔਰ ਕੀ ਨਵੀਆਂ ਚੀਜ਼ਾਂ ਜਿੱਦਾਂ ਤੁਸੀਂ ਨਈ ਚੀਜ਼ ਜਿੱਦਾਂ ਦਿਖਾਈ ਹੈਗੀ ਆ? ਇੱਕ ਬੜੀ ਵੱਡੀ ਗੱਲ ਹੈਗੀ ਆ ਕਿ ਸ਼ੂਗਰ ਦਾ ਜਿਹੜਾ ਟੈਸਟ ਬਿਨਾਂ ਪ੍ਰਿਕ ਤੋਂ ਹੋ ਜਾਵੇ, ਕਿਉਂਕਿ ਲੋਕ ਪ੍ਰਿਕ ਤੋਂ ਵੀ ਡਰਦੇ ਹੈਗੇ ਆ, ਔਰ ਇਹ ਪਰਮਾਨੈਂਟ ਹੈਗਾ ਵੀ ਦਿਨ 'ਚ ਕਦੋਂ ਮਰਜ਼ੀ ਬੰਦਾ ਸ਼ੂਗਰ ਦਾ ਲੈਵਲ ਟੈਸਟ, ਕਿਉਂਕਿ ਆਮ ਤੌਰ ਤੇ 2 ਘੰਟੇ ਰੋਟੀ ਖਾਣ ਤੋਂ ਬਾਅਦ ਬੰਦਾ ਭੁੱਲ ਜਾਂਦਾ ਹੈਗਾ ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਆ ਵੀ ਅਸੀਂ ਟੈਸਟ ਕਰਨੀ ਆ, ਔਰ ਉਹਨਾਂ ਨੂੰ ਟਾਈਮਿੰਗ ਦੀ ਨਹੀਂ ਹੁੰਦੀ। ਇਹਦੇ 'ਚ ਬੰਦਾ ਸਾਰੇ ਸੈਂਸਰ ਲਗਾ ਸਕਦਾ ਹੈਗਾ ਵੀ ਕਦੋਂ ਆਪਾਂ ਆਪਣੀ ਸ਼ੂਗਰ ਟੈਸਟ ਕਰਨੀ ਹੈ। ਹਾਂਜੀ, ਇਸ ਤੋਂ ਸਿਵਾਏ ਅਸੀਂ ਕਈ ਪੇਸ਼ੈਂਟਸ ਖਾਸ ਤੌਰ ਤੇ ਬੱਚੇ ਜਿਨ੍ਹਾਂ ਨੂੰ ਟਾਈਪ 1 ਡਾਇਬੀਟੀਜ਼ ਹੁੰਦਾ ਜਿਹਦੇ ਕਰਕੇ 4-4 ਵਾਰ ਇਨਸੂਲਿਨ ਲੱਗਦੀ ਹੈ ਦਿਨ ਦੇ ਵਿੱਚ, ਉਹਨਾਂ ਨੂੰ ਅਸੀਂ ਇਨਸੂਲਿਨ ਜਿਹੜੀ ਹੈਗੀ ਇਨਸੂਲਿਨ ਪੰਪ ਦੇ ਰਾਹੀਂ ਦਿੰਦੇ ਆ। ਇਨਸੂਲਿਨ ਪੰਪ ਦੇ ਰਾਹੀਂ ਤੁਹਾਨੂੰ ਹਰ ਵਾਰੀ ਟੀਕਾ ਲਾਉਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਲਗਾਤਾਰ ਇਨਸੂਲਿਨ ਜਾਂਦੀ ਰਹਿੰਦੀ ਹੈ। ਤੇ ਉਹਦੇ ਨਾਲ ਤਰੀਕਾ ਇਹ ਵੀ ਹੁੰਦਾ ਵੀ ਜਿਸ ਤਰ੍ਹਾਂ ਦਾ ਫੂਡ ਬੱਚਾ ਖਾ ਰਿਹਾ ਹੈ ਉਹਦੇ ਹਿਸਾਬ ਨਾਲ ਇਨਸੂਲਿਨ ਦਿੰਦੇ ਆ। ਫੋਰ ਐਗਜ਼ਾਮਪਲ ਜੇ ਕੋਈ ਬੰਦਾ ਆਲੂ ਦਾ ਪਰੌਂਠਾ ਖਾ ਰਿਹਾ ਤਾਂ ਉਹਦੇ ਹਿਸਾਬ ਨਾਲ ਅਲੱਗ ਤਰ੍ਹਾਂ ਦੀ ਇਨਸੂਲਿਨ ਦਾ ਬੋਲਸ ਦਿੱਤਾ ਜਾਂਦਾ। ਜੇ ਸਪੋਜ਼ ਕਰੋ ਪੀਜ਼ਾ ਖਾ ਰਿਹਾ ਤਾਂ ਉਹਦੇ ਹਿਸਾਬ ਨਾਲ ਵੱਖਰਾ ਦਿੱਤਾ ਜਾਂਦਾ। ਜੇ ਸਪੋਜ਼ ਕਰੋ ਘੀਏ ਟਿੰਡੇ ਦੀ ਸਬਜ਼ੀ ਦੇ ਨਾਲ ਮਲਟੀਗ੍ਰੇਨ ਰੋਟੀ ਖਾ ਰਿਹਾ ਤਾਂ ਵੱਖਰਾ ਇਨਸੂਲਿਨ ਦਾ ਦਿੱਤਾ ਜਾਂਦਾ। ਇੱਕ ਤਾਂ ਇਨਸੂਲਿਨ ਦੀ ਪੰਪ ਦੀ ਟੈਕਨੀਕ ਅਸੀਂ ਯੂਜ਼ ਕਰ ਰਹੇ ਹਾਂ। ਉਸ ਤੋਂ ਸਿਵਾਏ ਸਾਇੰਟੀਫਿਕ ਤਰੀਕੇ ਦੇ ਨਾਲ ਅਸੀਂ ਬਿਲਕੁਲ ਨਿਊਟ੍ਰੀਸ਼ਨ ਪਲੈਨਿੰਗ ਕਰ ਰਹੇ ਹਾਂ, ਡਾਈਟ ਪਲੈਨਿੰਗ ਕਰ ਰਹੇ ਹਾਂ, ਜਿਹਦੇ ਨਾਲ ਇਹ ਪੇਸ਼ੈਂਟਸ ਨੂੰ ਅਸੀਂ ਰਿਮੋਟਲੀ ਮਤਲਬ ਡਾਈਟ ਦੇ ਕੇ ਉਸ ਤੋਂ ਬਾਅਦ ਉਹਨਾਂ ਦੀ ਸ਼ੂਗਰ ਜਿਵੇਂ ਜਿਵੇਂ ਕੰਟਰੋਲ ਹੁੰਦੀਆਂ ਉਵੇਂ ਉਵੇਂ ਉਹਨਾਂ ਦੀ ਮੈਡੀਕੇਸ਼ਨਸ ਡਾਊਨ ਕਰਦੇ ਹਾਂ। ਇਹ ਤੋਂ ਸਿਵਾਏ ਕੁਝ ਇੱਦਾਂ ਦੇ ਇਕਵਿਪਮੈਂਟ ਐਡਵਾਂਸਡ ਮਸ਼ੀਨਾਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਫੰਡਸ ਕੈਮਰਾ, ਜਿਹਦੇ ਨਾਲ ਆਪਾਂ ਨੂੰ ਬਿਨਾਂ ਡਾਇਲੇਟ ਕੀਤਾ, ਬਿਨਾਂ ਝਿੱਲੀ ਖੋਲੇ ਪਿੱਛੇ ਵਾਲਾ ਰੈਟੀਨਾ ਜਿਹੜਾ ਹੁੰਦਾ ਉਹ ਆਪਾਂ ਜਾਂਚ ਕਰ ਸਕਦੇ ਹਾਂ। ਇਹ ਤੋਂ ਸਿਵਾਏ ਇੱਕ ਐਡਵਾਂਸਡ ਮਸ਼ੀਨ ਹੁੰਦੀ ਹੈ ਜਿਹਨੂੰ ਕਾਰਡੀਓਵਾਸਕੂਲਰ ਰਿਸਕ ਪ੍ਰੋਫਾਈਲਰ, ਯਾਨੀ ਕਿ ਸ਼ੂਗਰ ਵਾਲੇ ਬੰਦਿਆਂ ਦੇ ਵਿੱਚ ਜਿਹੜੀ ਹਾਰਟ ਦੀ ਪ੍ਰੋਬਲਮ ਹੋਣ ਦਾ ਰਿਸਕ ਹੁੰਦਾ, ਉਹਦੀ ਮਸ਼ੀਨ ਜਿਹੜੀ ਕਿ ਆਪਾਂ ਨੂੰ ਇਹ ਦੱਸਦੀ ਹੈ, ਕਈ ਚੀਜ਼ਾਂ ਬਾਰੇ ਦੱਸਦੀ ਹੈ ਵੀ ਫਿਊਚਰ ਦੇ ਵਿੱਚ ਹਾਰਟ ਦੀ ਪ੍ਰੋਬਲਮ ਹੋਣ ਦਾ ਰਿਸਕ ਕਿੰਨਾ ਕੁ ਹੈਗਾ। ਉਹ ਚੀਜ਼ ਅਗਰ ਆਪਾਂ ਨੂੰ ਟਾਈਮ ਸਿਰ ਪਤਾ ਲੱਗ ਜਾਂਦੀ ਹੈ ਕਿ ਇਹ ਰਿਸਕ ਆ ਰਿਹਾ ਹੈ ਤਾਂ ਆਪਾਂ ਉਹ ਪ੍ਰੋਬਲਮ ਨੂੰ ਮੈਨੇਜ ਕਰ ਸਕਦੇ ਹਾਂ, ਉਹ ਪ੍ਰੋਬਲਮ ਨੂੰ ਘਟਾ ਸਕਦੇ ਹਾਂ। ਇਹ ਤੋਂ ਸਿਵਾਏ ਪੈਰਾਂ ਦੀ ਨਸਾਂ ਦੀ ਜਾਂਚ ਵਾਸਤੇ ਵੀ ਇਕਵਿਪਮੈਂਟ ਹੁੰਦਾ ਹੈਗਾ, ਜਿਹੜਾ ਕਿ ਆਪਾਂ ਨੂੰ ਸਹੀ ਸਮੇਂ ਤੋਂ ਅਗਰ ਆਪਾਂ ਜਾਂਚ ਕਰ ਲਈਏ ਤਾਂ ਆਪਣਾ ਚੇਂਜਸ ਕਰਕੇ ਕੁਝ ਲਾਈਫਸਟਾਈਲ ਨਾਲ, ਫੁੱਟਵੇਅਰ ਨਾਲ, ਕੁਝ ਵਾਕਿੰਗ ਨਾਲ, ਉਸ ਦੇ ਨਾਲ ਚੇਂਜਸ ਕਰਕੇ ਆਪਾਂ ਫਿਊਚਰ ਦੇ ਵਿੱਚ ਪੈਰਾਂ ਦੀ ਪ੍ਰੋਬਲਮ ਤੋਂ ਵੀ ਬਚਾਇਆ ਜਾ ਸਕਦਾ, ਜਿਹੜੀ ਕਿ ਤੁਸੀਂ ਜਾਣਦੇ ਹੋ ਕਿ ਸ਼ੂਗਰ ਦੇ ਵਿੱਚ ਕਾਫੀ ਕਾਮਨ ਹੁੰਦੀ ਹੈ। ਤਾਂ ਆਉਣ ਵਾਲੇ ਸਮੇਂ 'ਚ ਜਿੱਦਾਂ ਤੁਸੀਂ ਇਸ ਚੀਜ਼ ਦੇ ਲਈ ਜਿਹੜਾ ਬਾਹਰੋਂ ਤੁਸੀਂ ਪੜ੍ਹ ਕੇ ਆਏ ਹੋ, ਐਜੂਕੇਟ ਕਰਨ ਜਾ ਰਹੇ ਹੋ, ਕਾਲਜਾਂ ਦੇ ਵਿੱਚ ਜਾ ਕੇ ਸੈਮੀਨਾਰਸ ਕਰ ਰਹੇ ਹੋ, ਉਹਨਾਂ ਨੂੰ ਲੈਕਚਰ ਦੇ ਰਹੇ ਹੋ, ਸਕੂਲਾਂ ਦੇ ਵਿੱਚ ਅਵੇਅਰਨੈਸ ਦੇ ਰਹੇ ਹੋ, ਕੈਂਪਸ ਲਗਾ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ, ਇਹ ਜਿਹੜਾ ਮੰਥ ਜਿਹੜਾ ਹੈਗਾ ਇਸ ਸਾਲ ਦਾ ਜਿਹੜਾ ਹੈਗਾ ਤੁਸੀਂ 2021 ਤੋਂ ਲਾ ਕੇ ਹੁਣ 2022 ਤੱਕ ਜਿੱਦਾਂ ਤੁਸੀਂ ਕਹਿੰਦੇ ਕਿ ਸ਼ੂਗਰ ਫ੍ਰੀ ਮੈਂ ਚੰਡੀਗੜ੍ਹ ਦੇ ਏਰੀਆ ਨੂੰ ਕਰਨਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸੋ ਜਿੰਨੀ ਆਪਾਂ ਅਵੇਅਰਨੈਸ ਜ਼ਿਆਦਾ ਦਈਏ ਉਹਨਾਂ ਥੋੜਾ ਹੈ। ਅੱਜ ਦੀ ਰੇਟ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਬੰਦੇ ਜਿਹੜੇ ਯੰਗਸਟਰ ਹੈਗੇ ਨੇ ਉਹ ਸ਼ੂਗਰ ਦੇ ਸ਼ਿਕਾਰ ਹੋ ਰਹੇ ਨੇ। ਬਹੁਤ ਸਾਰੇ ਬੰਦੇ ਜਿਹੜੇ ਯੰਗਸਟਰ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਜੀ ਮੈਨੂੰ ਤਾਂ ਸ਼ੂਗਰ ਹੋ ਗਈ 35 ਸਾਲ ਦੀ ਉਮਰ ਦੇ ਵਿੱਚ, ਮੇਰੇ ਫਾਦਰ ਨੂੰ ਤਾਂ 50 ਸਾਲ ਦੀ ਉਮਰ 'ਚ ਹੋਈ ਸੀ ਤੇ ਮੇਰੇ ਦਾਦੇ ਨੂੰ ਹੋਈ ਸੀ 70 ਸਾਲ ਦੀ ਉਮਰ ਦੇ ਵਿੱਚ। ਇਹ ਜਿਹੜੀ ਚੀਜ਼ ਹੈਗੀ ਹੈ ਬੜੀ ਕਾਮਨ ਹੋ ਰਹੀ ਹੈ। ਇਹਦੇ ਵਾਸਤੇ ਕੁਝ ਹੱਦ ਤੱਕ ਆਪਣੀ ਰਹਿਣ ਸਹਿਣ ਤੇ ਆਪਣੀ ਖਾਣ ਪੀਣ ਵਾਲੀ ਸ਼ੈਲੀ ਜ਼ਿੰਮੇਵਾਰ ਹੈ ਤੇ ਕੁਝ ਹੱਦ ਤੱਕ ਸਟ੍ਰੈਸ ਜ਼ਿੰਮੇਵਾਰ ਹੈ, ਬਾਕੀ ਹੋਰ ਕਈ ਫੈਕਟਰ ਨੇ। ਇਸ ਕਰਕੇ ਜਿੰਨੀ ਆਪਾਂ ਅਵੇਅਰਨੈਸ ਇਹਦੇ ਬਾਰੇ ਕ੍ਰੀਏਟ ਕਰੀਏ ਉਹਨਾਂ ਥੋੜਾ। ਜਿੰਨੇ ਆਪਾਂ ਤੁਸੀਂ ਕੈਂਪਾਂ ਦੀ ਗੱਲ ਕੀਤੀ, ਤੁਸੀਂ ਲੈਕਚਰਾਂ ਦੀ ਗੱਲ ਕੀਤੀ, ਮੇਰੇ ਹਿਸਾਬ ਨਾਲ ਜਿੰਨਾ ਆਪਾਂ ਵੱਧ ਤੋਂ ਵੱਧ ਕਰੀਏ ਉਹਨਾਂ ਥੋੜਾ।
ਇਹ ਜਿੰਨਾ ਵੀ ਅਸੀਂ ਕਰਾਂਗੇ ਆਪਣਾ ਇੱਕੋ ਹੀ ਗੋਲ ਰਹੇਗਾ ਕਿ ਕੱਲ੍ਹ ਨੂੰ ਜੇ ਸਪੋਜ਼ ਕਰੋ ਆਪਾਂ 10 ਥਾਂ ਤੇ ਕੈਂਪ ਲਾਉਂਦੇ ਆ, ਉਹਦੇ ਨਾਲ ਇੱਕ ਬੰਦੇ ਦੇ ਵਿੱਚ ਵੀ ਪ੍ਰੀਵੈਂਸ਼ਨ ਆਫ ਡਾਇਬੀਟੀਜ਼ ਯਾਨੀ ਕਿ ਕੱਲ੍ਹ ਨੂੰ ਸ਼ੂਗਰ ਹੋਣ ਦਾ ਰਿਸਕ ਘਟ ਜੇ ਜਾਂ ਸ਼ੂਗਰ ਟਾਈਮ ਸਿਰ ਸ਼ੂਗਰ ਨਾ ਹੋਵੇ, ਉਹ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ। ਕਿਉਂਕਿ ਜਦੋਂ ਤੁਸੀਂ ਕਿਸੇ ਬੰਦੇ ਦੀ ਸ਼ੂਗਰ ਬਚਾਉਂਦੇ ਹੋ, ਤੁਸੀਂ ਨਾ ਸਿਰਫ ਸ਼ੂਗਰ ਨੂੰ ਬਚਾਉਂਦੇ ਹੋ ਬਲਕਿ ਫਿਊਚਰ ਦੇ ਵਿੱਚ ਕੋਈ ਸਟੈਂਟ ਪੈਣਾ, ਕੋਈ ਗੁਰਦੇ ਫੇਲ ਹੋਣਾ, ਕੋਈ ਪੈਰਾਂ ਦੇ ਉੱਪਰ ਅਸਰ ਹੋਣਾ, ਬਾਕੀ ਸਾਰੇ ਅੰਗਾਂ ਦੇ ਉੱਪਰ ਅਸਰ ਹੋਣਾ, ਅੱਖਾਂ ਦੀ ਰੋਸ਼ਨੀ ਜਾਣਾ, ਇਹ ਸਾਰੇ ਚੀਜ਼ਾਂ ਦੇ ਰਿਸਕ ਨੂੰ ਘਟਾਉਣੇ ਹੋ ਤੁਸੀਂ। ਡਾਕਟਰ ਸਾਹਿਬ, ਜਿਹੜਾ ਤੁਸੀਂ ਬਹੁਤ ਵੱਡਾ ਇੱਕ ਕੰਮ ਕਰ ਰਹੇ ਹੋ, ਮੋਰਲ ਆਬਸਟੀ ਦੀ ਜਿਹੜੀ ਆਪਾਂ ਗੱਲ ਕਰ ਲਈਏ, ਔਰ ਬਹੁਤ ਸਾਰੇ ਪੇਸ਼ੈਂਟ ਜਿਹੜੇ ਤੁਹਾਡੇ ਸ਼ੂਗਰ ਵਾਲੇ ਸੀਗੇ ਉਹ ਤਾਂ ਅੱਜ ਪਤਲੇ ਹੋ ਕੇ ਆਪਦੀ ਨਵੀਂ ਜ਼ਿੰਦਗੀ ਪਾ ਚੁੱਕੇ, ਔਰ ਉਹ ਤੁਹਾਡੇ ਨਾਲ ਸ਼ੇਅਰ ਕਰਕੇ ਅਗਰ ਕੋਈ ਗੱਲ ਬੰਦਾ ਦੇਖਣਾ ਚਾਹਵੇ ਤਾਂ ਉਹ ਵੀ ਦੇਖ ਸਕਦਾ ਕਿ ਉਹ ਪੇਸ਼ੈਂਟ ਜਿਹੜੇ ਬਹੁਤ ਵੇਟੀ ਸੀਗੇ, ਜਿਨ੍ਹਾਂ ਦਾ ਬੜਾ weight ਸੀਗਾ, ਔਰ ਉਹ ਵੀ ਪਤਲੇ ਹੋ ਗਏ ਤੁਹਾਡੀ ਦਵਾਈਆਂ ਦੇ ਨਾਲ। ਹਾਂਜੀ, ਇਹ ਮੈਂ ਕਹਿੰਦਾ ਕਿ ਸਾਡੇ ਡਾਕਟਰੀ ਪੇਸ਼ੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਹੈ ਕਿ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ ਤਾਂ ਉਹਦਾ ਫਿਊਚਰ ਕੋਰਸ ਆਫ ਲਾਈਫ ਚੇਂਜ ਹੋ ਸਕਦਾ ਹੈ। ਤੇ ਕਈ ਇੱਦਾਂ ਦੇ ਪੇਸ਼ੈਂਟ ਹੈਗੇ ਨੇ, ਮੈਨੂੰ ਹਲੇ ਵੀ ਯਾਦ ਹੈ ਇੱਕ ਲੇਡੀ ਜਿਹੜੀ ਹੈਗੀ ਹੈ, ਇਹ ਕਾਫੀ ਦੂਰ ਤੋਂ ਆਈ ਸੀ। ਪਹਿਲੀ ਵਾਰੀ ਸਾਡੇ ਕੋਲ ਜਦੋਂ ਆਈ ਸੀ weight ਇੰਨਾ ਸੀਗਾ ਵੀ ਦਰਵਾਜ਼ੇ ਦੇ ਵਿੱਚ ਵੀ ਥੋੜਾ ਜਿਹਾ ਟੇਢੀ ਕਰਕੇ ਅੰਦਰ ਨੂੰ ਬੜੀ ਸੀਗੀ, ਠੀਕ ਹੈ। ਤੇ 4 ਵਾਰੀ ਇਨਸੂਲਿਨ ਦਾ ਟੀਕਾ ਲੱਗਦਾ ਸੀਗਾ, ਸ਼ੂਗਰ ਫਿਰ ਵੀ 300 350 ਤੋਂ ਥੱਲੇ ਨਹੀਂ ਸੀ ਆਉਂਦੀ ਹੁੰਦੀ, ਠੀਕ ਹੈ। ਉਹਦੇ ਵਿੱਚ ਪੂਰਾ ਟ੍ਰੀਟਮੈਂਟ ਕਰਦੇ ਕਰਦੇ ਸਾਨੂੰ ਸਾਲ ਸਵਾ ਸਾਲ ਲੱਗ ਗਿਆ। ਸਾਲ ਸਵਾ ਸਾਲ ਲੱਗ ਕੇ ਅਸੀਂ ਉਹਦੀ ਪੂਰੀ ਡਾਈਟ ਦੀ ਚੇਂਜ ਕੀਤੀ, ਪੂਰਾ ਟ੍ਰੀਟਮੈਂਟ ਚੇਂਜ ਕੀਤਾ। ਅੱਜ ਦੀ ਡੇਟ ਦੇ ਵਿੱਚ ਉਹ ਲੇਡੀ ਨੇ ਬਿਨਾਂ ਆਪਰੇਸ਼ਨ ਤੋਂ ਕਾਫੀ ਜ਼ਿਆਦਾ ਵਜਨ ਲੂਜ਼ ਕਰ ਲਿਆ। ਇੰਨਾ ਵਜਨ ਲੂਜ਼ ਕਰ ਲਿਆ ਕਿ ਉਹ ਐਂ ਕਹਿੰਦੀ ਹੈ ਵੀ ਹੁਣ ਮੇਰੇ ਵਿਆਹ ਦੇ ਸੂਟ ਮੇਰੇ ਆਉਂਦੇ ਨੇ, ਠੀਕ ਹੈ। ਤੁਸੀਂ ਸਮਝ ਸਕਦੇ ਹੋ ਵੀ ਕਿੰਨਾ ਫਰਕ ਪੈ ਗਿਆ, ਠੀਕ ਹੈ ਨਾ। ਜਿਹੜੇ 4 ਇਨਸੂਲਿਨ ਦੇ ਟੀਕੇ ਲੱਗਦੇ ਸੀ ਉਹ ਵੀ ਬੰਦ ਹੋ ਚੁੱਕੇ ਨੇ, ਪਰ ਇੱਕ ਨਵਾਂ ਜੀਵਨ ਮਿਲ ਚੁੱਕਾ। ਪਹਿਲਾਂ ਉਹ ਕਹਿੰਦੀ ਸੀ ਕਿ ਡਾਕਟਰ ਸਾਹਿਬ ਮੇਰੇ ਕੋਲ 1 ਪੌੜੀਆਂ ਦੀ ਸੀੜੀ ਵੀ ਚੜ੍ਹਨੀ ਮੇਰੇ ਵਾਸਤੇ ਔਖੀ ਲੱਗਦੀ ਸੀ। ਹੁਣ ਉਹੀ 4-4 ਮੰਜ਼ਲਾ 5-5 ਮੰਜ਼ਲਾ ਜਿਹੜੇ ਉਹਦੇ ਘਰ ਦੇ ਲਿਫਟ ਲੈਂਦੇ ਨੇ, ਉਹ ਆਪ ਪੌੜੀਆਂ ਚੜ੍ਹ ਕੇ ਜਾਂਦੀ ਹੈ, ਠੀਕ ਹੈ ਨਾ। ਤਾਂ ਐਦਾਂ ਦੀ ਜਿਹੜੀ ਚੀਜ਼ ਹੁੰਦੀ ਹੈ ਇਹ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੀ ਹੈ, ਬਹੁਤ ਜ਼ਿਆਦਾ ਇੰਕਰੇਜ ਕਰਦੀ ਹੈ। ਪਹਿਲਾਂ ਬਿਨਾਂ ਦਵਾਈ ਤੋਂ ਮਹੀਨਾ ਨਹੀਂ ਸੀ ਆਉਂਦਾ, ਹੁਣ ਆਪਣੇ ਆਪ ਮਹੀਨਾ ਆਉਂਦਾ, ਉਹ ਵੀ ਟਾਈਮ ਸਿਰ। ਪਹਿਲਾਂ ਚਿਹਰੇ ਦੇ ਪਿੰਡੇ ਦੇ ਵਾਲਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ, ਪਿੰਪਲਸ ਦੀ, ਐਕਨੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ। ਉਹ ਸਾਰਾ ਕਿਉਂਕਿ ਬੋਡੀ ਦਾ ਬੈਲੈਂਸ ਠੀਕ ਹੋ ਗਿਆ, ਹਾਰਮੋਨਸ ਠੀਕ ਹੋ ਗਏ। ਹੁਣ ਨਾ ਸਿਰਫ ਮਹੀਨਾ ਟਾਈਮ ਸਿਰ ਆਉਂਦਾ ਬਲਕਿ ਚਿਹਰੇ ਦੇ ਪਿੰਡੇ ਦੇ ਵਾਲਾਂ ਦੀ ਸਮੱਸਿਆ ਵੀ ਬਿਨਾਂ ਦਵਾਈ ਤੋਂ ਠੀਕ ਹੈ, ਨਾਲੇ ਪਿੰਪਲਸ ਵਗੈਰਾ ਦੀ ਪ੍ਰੋਬਲਮ ਵੀ ਬਹੁਤ ਇੰਪਰੂਵਡ ਹੈ ਅੱਗੇ ਨਾਲੋਂ। ਤਾਂ ਇਹ ਮੇਰੇ ਹਿਸਾਬ ਨਾਲ ਸਾਡਾ ਸਭ ਤੋਂ ਵੱਧ ਜਿਹੜਾ ਅਚੀਵਮੈਂਟ ਹੈ ਉਹ ਇਹੀ ਹੈ ਵੀ ਕਿਸੇ ਨੂੰ ਹੋਪ ਦੇਣੀ, ਕਿਸੇ ਨੂੰ ਨਵੀਂ ਜ਼ਿੰਦਗੀ ਦੀ ਇੱਕ ਰਾਹ ਦਿਖਾਣੀ, ਉਹ ਸਾਡੇ ਵਾਸਤੇ ਇੱਕ ਬਹੁਤ ਹੀ ਖੁਸ਼ਦਾਈ ਚੀਜ਼ ਹੈ। ਡਾਕਟਰ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਸਾਨੂੰ ਸਮਾਂ देने के लिए बहुत बहुत धन्यवाद। हमारी टीम ने डॉक्टर शाइबा मित्तल जी के साथ भी बातचीत की, जो कि MD ओबेस्टेट्रिक्स एंड गायनेकोलॉजी हैं। डॉक्टर शाइबा मित्तल जी इनफर्टिलिटी स्पेशलिस्ट और कॉस्मेटिक गायनेकोलॉजिस्ट हैं। दर्शकों, हेल्थ प्लस प्रो में आपका स्वागत है। आज हम आपको मिलाने जा रहे हैं डॉक्टर शाइबा मित्तल जी के साथ, जो कि वुमेन वेलनेस सेंटर जो हार्ट ऑफ द चंडीगढ़ 9C में है, वहाँ पर अपनी सेवाएं दे रहे हैं। और एक बहुत ही फेमस गायनेकोलॉजिस्ट प्लस सबसे बड़ी बात जो इनकी खूबी है वो कॉस्मेटिक गायनी की है। डॉक्टर साहब का स्वागत है हमारे स्पेशल शो में। थैंक यू सो मच जी। थैंक यू मैं इस चैनल का करती हूँ एंड गर्ग साहब का करती हूँ जिन्होंने मुझे इस चैनल पे बुलाया और अपने व्यूज़ देने का मौका दिया। डॉक्टर साहब, आज का सिनेरियो जैसे है कि पहले लोग जब प्रेगनेंसीज होती थी तो बड़ी इजी प्रेगनेंसीज होती थी। हमारी माओं की हम बात कर लें, उस समय की बात कर लें तो लोगों के 5-5, 6-6 बच्चे होते थे। आजकल बच्चे भी 1-2 होने हैं और वो भी बहुत ही प्रेशर सिचुएशन में। लड़कियां जो वो दर्द नहीं सह सकती, लड़के बहुत ज़्यादा जो मिसकैरेज हो रहे हैं, क्या कहना चाहेंगे? देखिए, समय के साथ बहुत चीज़ें बदलती हैं। तो पहले के ज़माने में जैसे आपने सही कहा कि लोगों के 5-5, 6-6 बच्चे होते थे, वो पता ही नहीं चलता था कि कैसे एक होता है, कैसे दूसरा होता है, और सारे इकट्ठे ऐसे पल जाते होते थे। पर आजकल बहुत ही सिनेरियो चेंज हो चुका है। सबसे पहले तो आजकल जो कपल्स हैं वो 1 प्रेगनेंसी या 2 प्रेगनेंसीज चाहते हैं, और अब तो लेटेस्ट काफ़ी सारे कपल्स ऐसे हैं जो कहते हैं हम बच्चा होना ही नहीं चाहते। तो सिनेरियोज बहुत ही हमने देखा है, इवन हमारी प्रैक्टिस में ओवर अ पीरियड ऑफ 14 इयर्स बहुत चेंजेस आ चुकी हैं। अब ऐसा क्यों हो रहा है? इसमें बड़ी इंपॉर्टेंट बात समझने वाली है कि हमारे लाइफस्टाइल में इतनी सारी चेंजेस आ चुकी हैं कि इन सब चीज़ों का इफेक्ट डायरेक्टली और इनडायरेक्टली प्रेगनेंसीज के ऊपर पड़ रहा है। अब फॉर एग्जांपल डायबिटीज़ इतनी ज़्यादा कॉमन हो चुकी है जिसके कारण जो प्रेगनेंसीज हैं
पहले के मुकाबले जो डायबिटीज है इन प्रेगनेंसी उसका बहुत ज्यादा राइज है। पिछले 5 सालों में हमने देखा है कि ओबीज प्रेगनेंसीज इतनी हो चुकी हैं और साथ में डायबिटीज बहुत कॉमन हो गया है। ऐसे ब्लड प्रेशर की प्रॉब्लम है जो प्रेगनेंसी के अंदर, वो भी बहुत कॉमन हो चुकी है। सिमिलरली अगर हम रिपीटेड अबॉर्शंस को देखें तो रिपीटेड अबॉर्शंस भी जो चेंजेस आ चुके हैं लाइफस्टाइल में, केमिकल्स आ चुके हैं खाने के अंदर और बहुत सारी ऐसी चीजें हैं जिसके कारण ये सारी चेंजेस आ चुकी हैं। सेकेंडली लोगों में जागरूकता भी बढ़ गई है। पहले अब इंटरनेट के माध्यम से और गूगल पे अब लोग जाके देखते हैं कि अच्छा ऐसा हो रहा है तो क्यों हो रहा है, तो उसकी वजह से भी जो है अवेयरनेस बढ़ गई है, डायग्नोसिस बेटर हो चुके हैं चीज़ों के, और काफ़ी चीज़ों को हम अर्ली ही बिफोर वो प्रॉब्लम क्रिएट करना शुरू करें उसको अर्ली ही हम पकड़ लेते हैं। आजकल तो जैसे प्री कंसेप्शनल काउंसलिंग, प्री मैरिटल काउंसलिंग बहुत कॉमन हो गई है, जिससे ये देखा जाए कि बिफोर कोई लेडी कंसीव करती है उससे पहले ही उसके कुछ जो टेस्ट हैं वो नॉर्मल हो, आपस में हस्बैंड वाइफ की मेडिकली कंपैटिबिलिटी हो, जिससे ये जो प्रॉब्लम्स हैं वो कम हो जाए। अंडसा, अगर हम बात करें आपका 14 साल का लंबा तजर्बा और उस तजर्बे में जैसे आज इनफर्टिलिटी का रेट बढ़ रहा है, लेकिन आप एक ऐसे डॉक्टर माने जाते हैं जो काउंसलिंग के साथ बहुत सारे कपल्स को आप कंसीव करा चुके हैं। सबसे बड़ी बात यह है कि आप लोग दोनों हस्बैंड वाइफ यहाँ पर अपनी सेवाएं दे रहे हैं। डॉक्टर साहब जो हैं वो एक लीडिंग डॉक्टर हैं एमडी मेडिसिन और शुगर का उनका स्पेशलाइजेशन है। तो इस वजह से कि जो कपल्स आते हैं आपके पास, आपकी ग्रुप काउंसलिंग होती है हस्बैंड वाइफ की, तो कई बार हस्बैंड को प्रेशर होता है तो वो आपके हस्बैंड के साथ अपना जो बातचीत कर लेता है। तो आपने बहुत सारे कपल्स को कंसीव कराया है काउंसलिंग के साथ ही, क्योंकि उन लोगों को बेचारे जाना तो चाहते थे वो लोग कि आईवीएफ के तरफ जाएं हम या इनफर्टिलिटी है हमारे में, लेकिन आपने जैसे सिंपल रीजंस ढूंढकर उनको प्रेग्नेंट करवा दिया। हाँ जी, देखिए आप बिल्कुल जो बात है एकदम सही बता रहे हैं कि लोगों में कुछ इनफर्टिलिटी को लेके भी बहुत सारी मिसकंसेप्शंस होती हैं, बहुत सारी उनको चीज़ों का पता ही नहीं होता है कि कैसा होना चाहिए, क्या होना चाहिए। तो उनको एक राइट वे से गाइडेंस मिलना कि जो ये प्रेगनेंसी नहीं हो पा रही है उसको जड़ से उस प्रॉब्लम को पकड़ना कि क्या प्रॉब्लम है जिससे ये डिफिकल्टी आ रही है, तो ये बहुत ही ज़्यादा इम्पॉर्टेंट है। तो इनफर्टिलिटी के अंदर जैसे कुछ फीमेल्स के अंदर प्रॉब्लम्स होती हैं, कई बार मेल्स के अंदर डिफिकल्टीज आती हैं, तो फीमेल्स की प्रॉब्लम्स को भी टर्न बाय टर्न एक सिस्टमैटिक वे से एनालाइज करना। सबसे पहले तो कपल को काउंसिल किया जाता है कि डिटेल में उनकी सारी हिस्ट्री ली जाती है कि क्या प्रॉब्लम है, क्यों है, किस टाइम पे उनको जो फर्टाइल पीरियड है महीने का उसके बारे में जागरूकता है या नहीं, और जो हस्बैंड का फिर उसके बाद हस्बैंड का डिटेल्ड एग्जामिनेशन वो बहुत ही ज़्यादा इंपॉर्टेंट होता है। इसके साथ साथ जो वाइफ्स हैं, फीमेल्स के अंदर कि उनकी प्रॉपर अंडे बन रहे हैं या नहीं, फिर उनकी ट्यूब्स का कैसा स्टेटस है, और उसके बाद उनका जो गर्भाशय है वो एकदम बच्चे को होल्ड करने के लिए सही है या नहीं। तो ये सारी चीज़ों को बहुत डिटेल में हम देखते हैं। इसके अलावा उनको एक प्रॉपर गाइडेंस दी जाती है, जैसे कई बार ज़्यादा वेट होता है तो उसके कारण भी प्रेगनेंसी होने में डिफ़िकल्टी होती है, कई बार हस्बैंड में कुछ ऐसी चेंजेस होती हैं, कई बार कुछ बीमारी के कारण जो है उनका स्पर्म काउंट खराब हो जाता है। तो रादर देन डायरेक्टली आईवीएफ जाने की बजाय हम उनको पहले डिटेल स्टडी करते हैं कि उसके बिना अगर काम चल सकता है तो वो बहुत ही बढ़िया है, क्योंकि आईवीएफ इन इटसेल्फ एक बहुत खूबसूरत जो है साइंटिफिक वे है कि प्रेगनेंसी हम कर पाए पेशेंट्स के अंदर। बट एट द सेम टाइम अगर हम किसी पेशेंट के प्रति हम सोचें तो एक बहुत ही ज़्यादा स्ट्रेसफुल पीरियड होता है उनके लिए। हर महीने वेट करना कि अच्छा अब हमारा टेस्ट क्या होगा, फिर उसमें खर्चा, इमोशनल, मेंटल, फिजिकल, हर चीज़ का बहुत ज़्यादा उसमें योगदान रहता है। तो अगर उसके बिना हम किसी को प्रेगनेंसी दे पाएँ तो वो बहुत ही ज़्यादा हमें अच्छा लगता है। अंडसा, अगर हम बात कर लें हर्डल्स की प्रेगनेंसी में और फर्टिलिटी में, जो हर्डल्स हैं, सबसे पहला हर्डल जैसे आज बहुत ही कॉमन प्रॉब्लम बन चुकी है पीसीओडी। क्या कहना चाहेंगे कि पीसीओडी जो है वो एक विकराल रूप धारण कर रही है और छोटे छोटे बच्चियों को पीसीओडी से गुजरना पड़ रहा है। आप तो 14 साल की आपकी प्रैक्टिस होगी, जब आपने शुरू किया था अपना प्रैक्टिस तब और आपका सिनेरियो बहुत ज़्यादा चेंज हो चुका है, क्या कहना चाहेंगे? पीसीओडी का आपने बहुत ही सही बताया है कि पीसीओडी जो है
ओवर अ पीरियड ऑफ टाइम हमने बहुत ज़्यादा चेंज देखा है। पहले पीसीओडी बहुत ही कम लोगों में होती थी, बहुत गिने चुने कुछ ऐसे बच्चे होते थे या फीमेल्स होती थी जिसमें पीसीओडी की प्रॉब्लम होती थी। बट आजकल स्पेशली पिछले 2 सालों में जब से कोविड का टाइम आया है और जब से लॉकडाउन स्टार्ट हुए हैं, बच्चे स्कूल नहीं जा पा रहे हैं, लड़कियां घर पे बैठी हैं, उनको बहुत ही ज़्यादा उनका खाने पीने का सारा सिस्टम खराब हो चुका है, वो बाहर नहीं जा सकती थी एक्सरसाइज करने से। इस टाइम में स्पेशली पीसीओडी का राइज काफ़ी ज़्यादा हुआ है। तो इसके लिए मैं सब यंग जनरेशन को यही कहना चाहूँगी कि अपनी सेहत का ध्यान करें। पीसीओडी एक ऐसी चीज़ है जो एक अच्छी है, अगर हम डाइट लेते हैं और अगर हम रेगुलर एक्सरसाइज करते हैं तो उससे हम इसकी प्रॉब्लम के जो सिम्टम्स हैं उनको हम कंट्रोल में रख सकते हैं। तो जंक फूड अवॉइड करना, ब्रिस्क वॉकिंग हो गई, किसी भी फॉर्म में एक्सरसाइज, इवन डांसिंग बहुत अच्छी एक्सरसाइज मैं मानती हूँ क्योंकि उसमें बॉडी जो है पूरी हम यूज़ करते हैं। तो किसी भी फॉर्म में फिजिकल एक्टिविटी करना बहुत ही ज़्यादा इंपॉर्टेंट है। एंड पोर्शन कंट्रोल हो गए, हेल्दी फ्रूट्स एंड वेजिटेबल्स हो गई। आजकल ये जंक फूड का बहुत कॉमन वो हो गया कि फटाफट जोमेटो से ऑर्डर किया या कहीं स्विगी से ऑर्डर किया और खाना आ गया। पर हमें ये बात याद रखनी चाहिए कि जो होममेड फूड है, जो हमें प्रॉपर न्यूट्रिशन देता है और प्रॉपर हमें अच्छे हर तरह से विटामिन्स और मिनरल्स देता है, उसमें बहुत ज़्यादा इंपॉर्टेंस है कि हम होममेड फूड लें, घर का हेल्दी खाना खाएं और जंक फूड, पिज़्ज़ा, बर्गर अवॉइड करें। ये नहीं कि बिल्कुल ये नहीं खाने हैं, एक अपने दिन रखिए कि हाँ हमने हफ्ते में ये एक मील हमने अपनी पसंद का खुद को ट्रीट करना है। बट एट द सेम टाइम हर इंसान की देखिए भगवान ने एक बॉडी दी है, उसको हमने कितनी देर तक एक हेल्दी फॉर्म में चलाना है। तो स्पेशली लेडीज, बिकॉज उनको पीरियड्स होते हैं, उसमें ब्लीडिंग होती है, फिर प्रेगनेंसी होती है, तो बहुत सारी चेंजेस के थ्रू एक लेडी की बॉडी गुजरती है। उसका ध्यान रखना हर लेडी की रिस्पॉन्सिबिलिटी है और हर फैमिली मेंबर को उसका सहयोग करना चाहिए इसके लिए। ऐसा आप में जैसे एक कॉस्मेटिक गायनेकोलॉजिस्ट की एक जो प्रॉपर्टी है साथ में, और जिसके तहत आप जो भी यंग गर्ल्स हैं, मतलब यंग गर्ल आई मीन टू से कि आज 2 बच्चे जन्मने के बाद भी लोगों गर्ल्स को तो लगता है कि हम लोग यंग ही हैं, बिकॉज हम लोग कोई बुझे नहीं है। अब उनके लिए और वो लेडीज जिनको मेंसेस बंद होने वाले होते हैं, उनके लिए आपके पास बहुत ज़्यादा प्रोसीजर्स हैं और आप कॉस्मेटिकली बहुत ज़्यादा सेवाएं दे रही हैं अपनी, उसके बारे में क्या कहना चाहिए? हाँ जी, देखिए ऐसा है कि कॉस्मेटिक गायनेकोलॉजी जो है आजकल बहुत ही इम्पोर्टेंट पार्ट बन चुका है फीमेल लाइफ का। उसका कारण ये है कि ऐसा होता है कि जब किसी की भी नॉर्मल डिलीवरी होती है या विद एज जो टिश्यूज होते हैं, इंटरनल टिश्यूज, वजाइनल टिश्यूज जो होते हैं लेडी के, वो वीकन होने स्टार्ट हो जाते हैं। तो जिस कारण वो जो चेंजेस हो जाती हैं बॉडी में, जिस कारण उनको जो अपना यूथ महसूस होता है, पहले होता था और जो अब है वो नहीं हो पाता है, वो वजाइनल लैक्सिटी को महसूस करती हैं। तो उसका एक नॉन सर्जिकल वे से ट्रीट करना एक वो भी आजकल एक बहुत अच्छी ऑप्शन हो चुकी है। एंड सेकेंडली कॉस्मेटिक गायनेकोलॉजी एक अकेले कॉस्मेटिक उसके लिए नहीं होती है, मतलब ये जो प्रोसीजर है ये सिर्फ कॉस्मेटिक के लिए हम नहीं करते हैं, इसके मेडिकल रीजंस भी होते हैं। फॉर एग्जांपल जैसे वजाइनल लैक्सिटी है, सेकेंडली एक स्ट्रेस यूरिनरी इनकॉन्टिनेंस होती है, वो स्पेशली कुछ यंग गर्ल्स में भी पाई जाती है, बट आफ्टर द एज ऑफ 40 जब टिश्यू लैक्सिटी हो जाती है, वजाइनल लैक्सिटी स्टार्ट हो जाती है, तो एक यूरिनरी इनकॉन्टिनेंस की प्रॉब्लम स्टार्ट हो जाती है। तो इसमें लेडीज को क्या प्रॉब्लम होती है कि जैसे थोड़ा खांसी करती हैं या थोड़ा छींक आने पे तो वो यूरिन लीक करना स्टार्ट हो जाता है। तो ये बहुत ही एम्बैरेसिंग सिचुएशन होती है। कुछ तो हमारे ऐसे पेशेंट्स भी थे जिनको दिन में मतलब कहीं पे भी जाने से पहले, कहीं ट्रैवल करने से पहले उनको प्लान बनाना पड़ता है कि आसपास बाथरूम है या कहाँ पे हम अपने अंडरगारमेंट्स चेंज कर सकते हैं, या कैसे डिफिकल्टीज को इसको उन्होंने आना जाना ही बंद कर दिया कहीं पे, बिकॉज उनको लगता है कि उनकी सारी की सारी लाइफ सिर्फ इनकॉन्टिनेंस ऑफ यूरिन के कारण डिफिकल्टी आनी शुरू हो चुकी है। तो इसके अंदर हम ये इसका भी जो ट्रीटमेंट है, बहुत सिवियर केसेस में तो जो होता है हम सर्जिकल ट्रीटमेंट ही कहते हैं, बट माइल्ड टू मॉडरेट केसेस के अंदर इसको हम नॉन सर्जिकली थ्रू वेरियस मेथड्स हम इसको ट्रीट कर सकते हैं, और ये बहुत ही ज़्यादा पेशेंट्स के लिए बहुत ही ज़्यादा लाभदायक चीज़ है।
और रादर हम रिकमेंड करेंगे कि मैं ये कहूँगी कि लेडीज़ को अपने गायनेकोलॉजिस्ट के साथ शर्माना नहीं चाहिए, अपनी जो प्रॉब्लम है वो खुल के डिस्कस करनी चाहिए ताकि उसका जो राइट सॉल्यूशन है उसको हम उन्हें बता सकें। बिकॉज आजकल मेडिकल साइंस इतनी एडवांस हो चुकी है कि कुछ ऐसी टेक्निक्स होती हैं, कुछ ऐसे सॉल्यूशंस होते हैं जो शायद आपको पता भी ना हो। तो एक राइट वे में अगर हम डिस्कस करते हैं तो हमें डेफिनेटली किसी ना किसी ये जो चीज़ें होती हैं इनका सॉल्यूशन मिल सकता है। ऐसा हाई रिस्क प्रेगनेंसीज जिसके लिए आप बहुत ज़्यादा मशहूर हैं और आपने खन्ना में अपनी सेवाएं बहुत लंबा समय दी है, क्या हम समझे कि एक तो आपके हस्बैंड है जो वो एक बहुत ही रिनोल्ड डॉक्टर हैं जिनको पूरी नॉलेज है शुगर की, ब्लड प्रेशर की, और वो चीज़ें भी आपके साथ जुड़ी हुई हैं, और हाई रिस्क प्रेगनेंसी के लिए आप काफ़ी मतलब माहिर माने जाते हैं, उसके लिए क्या कहना चाहिए? देखिए, जो हाई रिस्क प्रेगनेंसीज होती हैं, हम कहते हैं कि एवरी प्रेगनेंसी इज़ वेरी प्रेशियस। तो हर आने वाला बच्चा उस माँ के लिए बहुत ही ज़्यादा, उस घर के लिए, उस माँ के लिए, उन पेरेंट्स के लिए, जो भी उस फैमिली के साथ जुड़े हुए हैं, जब प्रेगनेंसी रुकती है तो सबकी एक उम्मीदें हो जाती हैं कि एक हेल्दी बच्चा आएगा घर में, जिसके बाद घर का माहौल चेंज होगा, खुशियाँ आएंगी। तो पर प्रेगनेंसीज में प्रिडिक्ट करना बहुत डिफिकल्ट हो जाता है कि कौन सी प्रेगनेंसी एकदम स्मूथ चलेगी और किन प्रेगनेंसीज में कैसे कैसे कोई डिफिकल्टी आ सकती है। सो किसी भी प्रेगनेंसी में एक राइट टाइम पे चेकअप्स होने, एक राइट टाइम पे ब्लड टेस्ट होना, अल्ट्रासाउंड होने, इन सब चीज़ों की बहुत इम्पोर्टेंस है ताकि अगर कोई प्रॉब्लम आ रही है उसको टाइम पे पकड़ा जा सके और उसको राइट टाइम पे राइट ट्रीटमेंट दिया जा सके, ताकि प्रेगनेंसी जितनी पॉसिबल हो सकती है उसको हम स्मूथली हैंडल कर सकें। जैसे कि डायबिटीज़ है, हाइपरटेंशन है प्रेगनेंसी के अंदर, इसके अलावा कई बार ब्लीडिंग की प्रॉब्लम स्टार्ट हो जाती है। तो इन सब चीज़ों को एक अच्छे वे में हैंडल करने के लिए बहुत ही ज़्यादा इम्पॉर्टेंट है राइट टाइम पे अपने चेकअप्स करवाने, राइट मेडिकल ट्रीटमेंट लेना, राइट मेडिकल टेस्ट करवाने, ताकि ये सब प्रॉब्लम्स को हम ठीक रख सकें। ऐसा आपका जो ये वुमेन वेलनेस आपने बनाया है जो कि हार्ट ऑफ चंडीगढ़ में 9 सेक्टर में स्थित है, क्या क्या फैसिलिटीज आप गैनी में और कॉस्मेटिक में क्या क्या फैसिलिटीज यहाँ पर प्रोवाइड कर रहे हैं पेशेंट्स के लिए? देखिए, ये वेल विमेन क्लिनिक है जो सेक्टर 9 में है। इसके अंदर हम पेशेंट्स के लिए कॉस्मेटिक गायनेकोलॉजी की ट्रीटमेंट्स करते हैं, हम IVF के करते हैं, एंड हाई रिस्क प्रेगनेंसीज हो गया, एंड रिपीटेड अबॉर्शंस के पेशेंट्स, एंड एडोलेसेंट हेल्थ जो है जैसे कि PCOD हो गया, ये बहुत ही मेरे दिल के करीब है। बिकॉज एडोलेसेंट्स एक ऐसी चीज़ होती है जो अपने दिल की बात अधिकतर सिर्फ अपने फ्रेंड्स के साथ करते हैं और ना अपने पेरेंट्स के साथ करने में कंफर्टेबल होते हैं। तो जो एडोलेसेंट्स हैं उनके लिए बहुत इंपॉर्टेंट है कि वो खुल के अपनी जो बातें हैं, क्वेरीज हैं, वो किसी के साथ कर सकें। तो मुझे लगता है कि एडोलेसेंट्स को, जो यंग जनरेशन है, उनको राइट इन्फॉर्मेशन देना इज़ वेरी क्लोज टू माई हार्ट। तो उनको राइट इन्फॉर्मेशन भी दी जाती है। एंड इसके अलावा क्योंकि जो इन्फॉर्मेशन होती है, अगर वो एडोलेसेंट्स अपने फ्रेंड्स के साथ डिस्कस करते हैं, उनको भी इनकम्प्लीट इन्फॉर्मेशन होती है। तो अल्टीमेटली क्या होता है, वो एक इनकम्प्लीट इन्फॉर्मेशन जो राइट है या रॉन्ग है ये उनको भी नहीं पता, उसके अराउंड ही उनकी ज़िंदगी रिवॉल्व करती है। तो उनको राइट इन्फॉर्मेशन देते हैं, उनकी हम हेल्प करते हैं जहाँ पे उनको डिफिकल्ट। सर, यू आर एन इंस्टीट्यूशन, यू हैव लॉन्ग डेटा, और हम चाहेंगे इस चैनल के माध्यम से आप जैसे डॉक्टर्स को, हम लोग जो 14 साल का एक्सपीरियंस है और नई नई चीज़ें लेकर आ रहे हैं, लोगों में खुशी दिखाई दे। जो बंदा अपने आप को ये समझने लगा था कि मेरी बॉडी लैंग्वेज डाउन होगी, उनको आप एक नई जिंदगी दे रहे हैं, और उसके बाद आप जैसे जैसे प्रोसीजर्स कर रहे हैं, आपका हमें समय देने के लिए बहुत बहुत धन्यवाद। थैंक यू सो मच जी, थैंक यू गर्ग जी, एंड थैंक यू पंजाब प्लस चैनल, जिन्होंने मुझे ये मौका दिया यहाँ पे आके अपनी जो कुछ दिल की बातें हैं, कुछ मेडिकल प्रोफेशन के रिलेटेड जो नई चीज़ें हैं उनको शेयर करने का। धन्यवाद। इसके साथ साथ यहाँ पर डाइटिशियन सेवाएं दे रहे हैं, जिन्होंने हमें अपनी डाइट के बारे में सचेत रहने के लिए सुझाव दिया। मैडम, डाइट जिसका कि बहुत बड़ा रोल है खास तौर के ऊपर, जैसे शुगर की हम बात करें, जैसे हमने डॉक्टर साहब के साथ बात की शुगर की, और यू आर आल्सो पार्ट एंड पार्सल ऑफ दैट कंपनी, जिसमें हमने PCOD की बात करी, शुगर की बात करी, अर्ली जो है मोटापे की बात करी। तो यू आर पार्ट एंड पार्सल एंड यू आर डूइंग ड्यूटी एज ए डाइटिशियन हेयर, और शुगर और
पीसीओडी में डाइट का बहुत बड़ा रोल है, जैसे आप बिल्कुल। लोगों को काउंसल कर रहे हैं, क्या कहना चाहेंगे? बिल्कुल, डायबिटीज़ मैनेजमेंट जो है वो काफ़ी हद तक आप अपनी लाइफस्टाइल और डाइट से रेगुलेट कर सकते हैं। ठीक है, मतलब मैं कहूँगी कि 60-70 से भी ज़्यादा % इसमें डाइट का रोल है। अगर जैसे आप देखो प्री डायबिटिक होते हैं कई लोग, या किन्हीं लोगों को हाइपरटेंशन होता है, जहाँ डायबिटीज़ की सिर्फ शुरुआत ही हुई है, तो उसमें हम बोलते हैं प्रिवेंशन इज़ बेटर देन क्योर। अगर आप चीज़ को संभाल लें पहले, तो वो ख़राब होने से रुक सकती है ना। तो उसमें डाइट का, आपके लाइफस्टाइल का, आप कैसे सोते हैं, उठते हैं, क्या आपकी रूटीन है, क्या आप खा रहे हैं, कितना आप बाहर से खा रहे हैं, कितना आप घर पे खा रहे हैं, इस सब का बहुत बड़ा रोल है। दैट्स व्हाट आई वुड सजेस्ट। एंड जैसे आजकल बहुत यंग वुमेन में PCOS, इंसुलिन रेजिस्टेंस हम देख रहे हैं, तो हमारे यहाँ रोज़मर्रा में हम इतने पेशेंट्स देखते हैं, एंड 60-70% ऑफ द वुमेन दे हैव लाइक पॉलीसिस्टिक ओवरी सिंड्रोम, है ना, और उनमें प्री डायबिटीज़ भी रहता है, तो उनमें भी डाइट का बहुत एक सिग्निफिकेंट रोल है। बिल्कुल, मैं तो कहूँगी कि मतलब एक बहुत छोटी एज से हमें न्यूट्रिशन एजुकेशन स्टार्ट करना चाहिए। और एक जो कॉन्सेप्ट है एक डायबिटीज़ एजुकेटर का, सो आई एम अ क्लिनिकल न्यूट्रिशनिस्ट एंड अ डायबिटीज़ एजुकेटर हियर, सो ये बहुत नॉवल है इंडिया में, इट्स अ वेरी न्यू कॉन्सेप्ट। तो जहाँ डॉक्टर आपको दवाइयाँ लिखते हैं और जहाँ आपको सारी ट्रीटमेंट बताते हैं, वहाँ डायबिटीज़ मैनेजमेंट के बारे में जानकारी हम लोग देते हैं साथ में, कि कैसे आप लाइफस्टाइल में अपने डायबिटीज़ को मैनेज कर सकते हैं। जब शुगर लो हो या हाई हो, उस समय डाइट कैसे मैनेज करनी है आपको, है ना, और आपको अपने पैरों का ख्याल कैसे रखना है अगर आपको डायबिटीज़ है, ठीक है, और आपको इंसुलिन कैसे लगानी है, कैसे आपको इंसुलिन की इंजेक्शन साइट रोटेट करनी है। तो ये सारी जानकारी भी एज अ काउंसलर हम देते हैं डॉक्टर के साथ। तो डाइट हो गया, लाइफस्टाइल हो गया, और एजुकेशन इज़ वेरी इंपॉर्टेंट। तो डाइट को खाली एक दिन की डाइट ना समझे, मतलब अगर आप डायबिटिक हैं या अगर आप ओबीस हैं और अगर आप अपने खाने पे कंट्रोल करना चाहते हैं या कुछ एक गोल अचीव करना चाहते हैं, तो इसको एक लाइफस्टाइल की तरह समझिए। इट शुडंट हैव अ स्टार्ट एंड स्टॉप बटन बेसिकली। ठीक है, तो हम हर मंडे सोचते हैं हम एक डाइट पे जाएंगे, हम हर महीने या न्यू ईयर चैलेंज लेते हैं हम डाइट पे जाएंगे। तो हमारा फोकस ये रहता है एज क्लिनिशियंस हियर कि हम लोगों को समझाएं कि जीवन शैली का एक इसको भाग बनाएं, डाइट और लाइफस्टाइल को, इसको एजुकेट करें, अपने बच्चों को भी एजुकेट करें, यंग मदर्स अपने बच्चों को एजुकेट करें कैसे हेल्दी खाना है, कैसे किस तरीके के आटे यूज़ करने हैं, मैदा कम खाना है, सूजी कम खाना है, उसको कैसे आप क्रेविंग्स को कंट्रोल कर सकते हैं। तो काफ़ी इन्फॉर्मेशन, काफ़ी एजुकेशन इसके बारे में रिक्वायर्ड होती है पेशेंट्स को और नॉर्मल नॉन डायबिटिक्स को भी।